हाँ जी स्टार्ट कर। बहुत ही सत्कारयोग बेरोजगार टैट पास अध्यापक साथियों सारिਆਂ ਨੂੰ सत श्री अकाल। वाहिगुरू जी का खालसा श्री वाहिगुरू जी की फतेह। सो साथियों ਤੁਸੀਂ ਵੀ ਅੱਜ ਸਾਰੇ ਵੇਟ ਕਰ ਰਹੇ ਹੋਵੋਗੇ ਅੱਜ ਦੀ ਅਪਡੇਟ ਲੈਣ ਲਈ, ਕਿਉਂਕਿ ਅੱਜ ਆਪਣੀ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਪੈਨਲ ਮੀਟਿੰਗ ਸੀਗੀ। ਸੋ ਸਾਥੀਓ ਅੱਜ ਜੋ ਮੀਟਿੰਗ ਹੋਈ ਹੈ ਉਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਉਹ ਅਸੀਂ ਦੇਵਾਂਗੇ। ਸੋ ਸਭ ਤੋਂ ਪਹਿਲਾਂ ਸਾਥੀਓ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਆਪਣਾ ETT ਅਨਪਲਾਈਡ ਯੂਨੀਅਨ ਦਾ ਜਿਹੜਾ YouTube ਚੈਨਲ ਹੈ ਵੱਧ ਤੋਂ ਵੱਧ ਸਾਥੀ ਜਿਹੜੇ ਹੈਗੇ ਉਹਨਾਂ ਤੱਕ ਸ਼ੇਅਰ ਕਰ ਦਿਓ ਵੀ ਆਪਣਾ ਹਰੇਕ ਤੱਕ ਜਿਹੜਾ ਮੈਸੇਜ ਜਿਹੜਾ ਉਹ ਸਾਥੀ ਤੱਕ ਜਿਹੜਾ ਉਹ ਪਹੁੰਚ ਸਕੇ। ਤਾਂ ਸਾਥੀਓ ਸਾਰਿਆਂ ਨੇ ਸਹੀ ਲਹਿਜੇ ਦੇ ਵਿੱਚ ਸਵਾਲ ਵੀ ਕਰਨੇ ਆ। ਸਮਾਂ ਹੋ ਚੱਲਿਆ ਕਾਫੀ ਦੇਰ ਹੈ, ਉਸ ਬਾਰੇ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਆਪਾਂ ਸਾਂਝੀ ਕਰਨੀ ਹੈ। ਤਾਂ ਸਾਥੀਓ ਅੱਜ ਸਭ ਤੋਂ ਪਹਿਲਾਂ ਜੋ ਸਾਥੀਓ ਆਪਣੀ ਸਕਰੂਟਨੀ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਭਰਤੀ ਸੈੱਲ ਦੇ ਵਿੱਚ ਜਿਹੜੀ ਹੈ ਉਹ ਚੱਲ ਰਹੀ ਹੈ। ਦੋ ਦਿਨ ਜਿਹੜੀ ਹੈ EWS ਤੇ ਮੁਕਤ ਜਾਤੀ ਦੀ ਜਿਹੜੀ ਹੈ ਉਹ ਸਕਰੂਟਨੀ ਚੱਲਣੀ ਹੈ ਆਪਣੀ 6 ਤੇ 7 ਤਰੀਕ। ਇਹ 635 ਦੀ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਹੈ, ਉਸ ਬਾਰੇ ਤੁਹਾਨੂੰ ਮੈਂ ਗੱਲ ਕਰ ਰਿਹਾ ਸਭ ਤੋਂ ਪਹਿਲਾਂ। ਤੇ 635 ਦੀ ਵੇਟਿੰਗ ਲਿਸਟ ਦੇ ਬਹੁਤ ਸਾਰੇ ਸਾਥੀਆਂ ਦੇ ਫੋਨ ਆਉਂਦੇ ਆ। ਤਾਂ ਸਾਥੀਓ ਤੁਹਾਨੂੰ ਮੈਂ ਦੱਸ ਦਿਆਂ ਕਿ ਅੱਜ ਮੰਤਰੀ ਸਾਹਿਬ ਦੇ ਨਾਲ ਜੋ ਮੀਟਿੰਗ ਹੋਈ ਉਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਕਰੀ ਗਈ ਕਿ ਸਾਡੀ ਵੇਟਿੰਗ ਲਿਸਟ ਜਿਨ੍ਹਾਂ ਦੀ ਸਕਰੂਟਨੀ ਪਹਿਲਾਂ ਹੋ ਚੁੱਕੀ ਹੈ ਉਹਨਾਂ ਦੀ ਲਿਸਟ ਜਿਹੜੀ ਹੈ ਉਹ ਕਿੰਨੇ ਦਿਨਾਂ ਤੱਕ ਜਿਹੜੀ ਹੈ ਉਹ ਡਿਪਾਰਟਮੈਂਟ ਦੇ ਵੱਲੋਂ ਪਾਈ ਜਾਊਗੀ। ਉਸ ਬਾਰੇ ਜਿਹੜੀ ਹੈ ਮੰਤਰੀ ਸਾਹਿਬ ਦੇ ਨਾਲ ਜਿਹੜੀ ਹੈ ਉਹ ਅਸੀਂ ਕਲੀਅਰ ਕਰੀਏ ਕਿ ਸਾਨੂੰ ਜਲਦੀ ਤੋਂ ਜਲਦੀ ਲਿਸਟ ਜਿਹੜੀ ਹੈ ਉਹ ਪਾਈ ਜਾਵੇ, ਸਟੇਸ਼ਨ ਚੋਇਸ ਜਿਹੜੀ ਉਹ ਕਰਵਾਈ ਜਾਵੇ। ਸੋ ਮੰਤਰੀ ਸਾਹਿਬ ਦੇ ਵੱਲੋਂ ਇਹ ਸੀਗਾ ਜਵਾਬ ਕਿ 4 ਦਿਨਾਂ ਤੱਕ 5 ਦਿਨਾਂ ਤੱਕ ਜਿਹੜੀ ਹੈ ਉਹ ਲਿਸਟ ਜਿਹੜੀ ਹੈ ਬਹੁਤ ਜਲਦੀ ਜਿਹੜੀ ਉਹ ਤੁਹਾਡੀ ਪਾਈ ਜਾਊਗੀ। ਪ੍ਰੋਸੈਸ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਚੱਲਿਆ ਹੋਇਆ ਹੈ ਬਹੁਤ ਜਲਦੀ ਭਰਤੀ ਜਿਹੜੀ ਉਹ ਅਸੀਂ ਕੰਪਲੀਟ ਕਰਾਂਗੇ, ਜਿਹਦੇ ਵਿੱਚ ਸਾਥੀਓ ਰਿਜ਼ਰਵੇਸ਼ਨ ਜਿਹੜੀ ਹੈ ਹੋਣੀ ਹੈ ਭਰਤੀ, ਉਸ ਬਾਰੇ ਵੀ ਗੱਲਬਾਤ ਕੀਤੀ ਗਈ। ਤਾਂ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਜਿੰਨਾ ਵੀ ਹੋ ਸਕਦਾ ਭਰਤੀ ਸਾਰੀ 635 ਜੇ ਰਿਜ਼ਰਵ ਹੋਣ ਵਾਲੀ ਹੈ ਜਾਂ ਦੂਸਰੇ ਵੇਟਿੰਗ ਲਿਸਟਾਂ ਨੇ ਜੋ ਵੀ ਉਹਨਾਂ ਨੂੰ ਭਰਤੀ 635 ਨੂੰ ਜਲਦੀ ਜਿਹੜਾ ਹੈ ਉਹ ਕੰਪਲੀਟ ਕੀਤਾ ਜਾਵੇ। ਸੋ ਇਸ ਲਈ ਅੱਜ ਮੰਤਰੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਹੈ ਪੋਜ਼ਿਟਿਵ ਜਿਹੜਾ ਉਹ ਆਪਾਂ ਨੂੰ ਜਿਹੜਾ ਉਹਨਾਂ ਵੱਲੋਂ ਰਿਪਲਾਈ ਜਿਹੜਾ ਉਹ ਮਿਲਿਆ ਵੀ ਅਸੀਂ ਭਰਤੀ ਜਿਹੜੀ ਹੈ 635 ਬਹੁਤ ਜਲਦੀ ਜਿਹੜੀ ਹੈ ਉਹ ਅਸੀਂ ਕੰਪਲੀਟ ਕਰਾਂਗੇ। ਤਾਂ 4 ਦਿਨਾਂ ਤੱਕ ਜਿਹੜਾ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਤੁਹਾਡੀਆਂ ਲਿਸਟਾਂ ਜਿਹੜੀ ਵੇਟਿੰਗ ਵਾਲੀਆਂ ਤੇ ਜਿਹੜੀ ਸਕਰੂਟਨੀ ਹੋ ਰਹੀ ਹੈ ਉਹਨਾਂ ਦਾ ਵੀ ਉਹ ਪ੍ਰੋਸੈਸ ਜਿਹੜਾ ਹੈ ਉਹ ਅਸੀਂ ਬਹੁਤ ਜਲਦੀ ਜਿਹੜਾ ਉਹ ਸ਼ੁਰੂ ਕਰਕੇ ਅਗਰ ਸਟੇਸ਼ਨ ਚੋਇਸ ਜਿਹੜੇ ਉਹ ਕਰਵਾਏ ਜਾਣਗੇ। ਤਾਂ ਉਸ ਤੋਂ ਪਹਿਲਾਂ ਅੱਜ ਜਿਹੜੀ 71 EWS ਸਾਥੀ ਹੈਗੇ ਆ ਉਹਨਾਂ ਦੀ ਐਲੀਜੀਬਲ ਜਿਹੜਾ ਉਹਨਾਂ ਨੂੰ ਕਰ ਦਿੱਤਾ ਗਿਆ ਹੈ। ਬਹੁਤ ਜਲਦੀ ਉਹਨਾਂ ਨੂੰ ਸਟੇਸ਼ਨ ਚੋਇਸ ਕਰਕੇ ਸਕੂਲਾਂ ਦੇ ਵਿੱਚ ਜੁਆਇਨ ਜਿਹੜਾ ਉਹ ਕਰਾਇਆ ਜਾਵੇ। ਤਾਂ ਇਸ ਤੋਂ ਬਾਅਦ ਸਾਥੀਓ ਆਪਣੀ ਗੱਲ ਸੀਗੀ ਨਵਾਂ ਪੋਰਟਲ 5994 ਭਰਤੀ ਦਾ ਖੁਲਾਉਣ ਦਾ। ਸੋ ਉਸ ਪ੍ਰਤੀ ਜਿਹੜੀ ਹੈ ਆਪਣੀ ਮੰਤਰੀ ਸਾਹਿਬ ਦੇ ਨਾਲ ਗੱਲ ਹੋਈ ਹੈ, ਉਹਦੇ ਵਿੱਚ ਸਾਥੀਓ 5994 ਦਾ ਪੋਰਟਲ ਓਪਨ ਕਰਵਾਉਣ ਦੇ ਲਈ ਤਾਂ ਮੰਤਰੀ ਸਾਹਿਬ ਨੇ ਕਿਹਾ ਤਾਂ ਵੀ ਅਸੀਂ ਬਹੁਤ ਜਲਦ, ਸ਼ਾਇਦ ਮੰਤਰੀ ਸਾਹਿਬ ਨੇ ਕਿਹਾ ਵੀ ਤੁਹਾਡੇ ਨਾਲੋਂ ਵੀ ਅਸੀਂ ਬਹੁਤ ਜਲਦੀ ਜਿਹੜੀ ਉਹ ਜਲਦੀ ਦੇ ਵਿੱਚ ਆ ਕੇ ਸਰਕਾਰ ਜਿਹੜੀ ਹੈ ਵੀ ਤੁਹਾਨੂੰ ਜਲਦੀ ਸਕੂਲਾਂ ਦੇ ਵਿੱਚ ਜਿਹੜੀ ਹੈ ਉਹ ਭੇਜਣਾ ਚਾਹੁੰਦੀ ਹੈ। 5994 ਦਾ ਅਸੀਂ ਪੋਰਟਲ ਜਿਹੜਾ ਹੈ ਬਹੁਤ ਜਲਦ ਜਿਹੜਾ ਹੈ ਉਹ ਅਸੀਂ ਖੋਲ੍ਹ ਰਹੇ ਹਾਂ। ਤੇ ਸਾਥੀਓ ਇੱਕ ਮੈਂ ਗੱਲ ਤੁਹਾਨੂੰ ਇਹ ਦੱਸ ਦਿਆਂ ਕਿ 5994 ਦੇ ਵਿੱਚ ਜੋ ਅਸੀਂ ਓਵਰੇਜ ਦੀ ਗੱਲ ਕਰੀ ਸੀਗੀ, ਸੋ ਮੰਤਰੀ ਸਾਹਿਬ ਦੇ ਵੱਲੋਂ ਅੱਜ ਜਿਹੜਾ ਹਾਂ ਪੱਖੀ ਜਿਹੜਾ ਹੈ ਉਹ ਰਿਪਲਾਈ ਮਿਲਿਆ ਹੈ ਕਿ ਅਸੀਂ 5994 ਦੇ ਵਿੱਚ ਜਿਹੜਾ ਏਜ ਰਿਲੈਕਸੇਸ਼ਨ ਜਿਹੜੀ ਹੈ ਉਹ ਅਸੀਂ ਦੇ ਰਹੇ ਹਾਂ। ਪਰ ਸਾਥੀਓ ਸਾਡਾ ਸਵਾਲ ਸੀਗਾ ਵੀ ਤੁਸੀਂ ਵਨ ਟਾਈਮ ਏਜ ਰਿਲੈਕਸੇਸ਼ਨ ਦੇ ਰਹੇ ਹੋ ਜਾਂ ਕੁਝ ਸਮਾਂ ਮੰਨ ਲਓ 2 ਸਾਲ 3 ਸਾਲ ਦਾ ਜਿਹੜਾ ਉਹ ਦੇ ਰਹੇ ਹੋ। ਤਾਂ ਮੰਤਰੀ ਸਾਹਿਬ ਨੇ ਇਹ ਕਿਹਾ ਸੀਗਾ ਵੀ ਤੁਸੀਂ ਆਪਦੀ ਜਿਹੜੀ ਅਟੈਚਮੈਂਟ ਦੇ ਜਿਹੜਾ ਵਿੱਚ ਤੁਸੀਂ ਦੇਖ ਲਿਓ
उस बारे असीं क्लीयर नहीं करांगे, पर तुहानूं जिहड़ी एज दा रिलैक्सेशन जिहड़ी है 5994 ਦੇ ਵਿੱਚ ਉਹ ਤੁਹਾਡੇ ਸਾਥੀਆਂ ਨੂੰ ਜਿਹੜੀ ਉਹ ਅਸੀਂ ਦੇ ਰਹੇ ਹਾਂ। ਇਹ ਸਾਥੀਓ 5994 ਦੀ ਜਿਹੜੀ ਹੈਗੀ ਸੀਗੀ ਗੱਲਬਾਤ ਆਪਾਂ ਰੱਖੀ ਹੈ ਉਹਨਾਂ ਦੇ ਅੱਗੇ। ਤਾਂ ਬਹੁਤ ਜਲਦੀ ਜਿਹੜਾ 5994 ਬਾਰੇ ਵੀ ਮੰਤਰੀ ਸਾਹਿਬ ਦੇ ਵੱਲੋਂ ਜੋ ਰਿਪਲਾਈ ਆਇਆ ਸੀਗਾ ਵੀ ਅਸੀਂ ਜਲਦੀ 5994 ਦਾ ਪੋਰਟਲ ਜਿਹੜਾ ਉਹ ਓਪਨ ਕਰ ਰਹੇ ਹਾਂ। ਤਾਂ ਸਾਥੀਓ ਉਸ ਤੋਂ ਅੱਗੇ ਆਪਣੀ ਮੀਟਿੰਗ ਦੇ ਵਿੱਚ 2364 ਦਾ ਐਫੀਡੇਵਿਟ ਦੇਣ ਦਾ ਜਿਹੜੀ ਹੈ ਉਹ ਗੱਲਬਾਤ ਰੱਖੀ ਗਈ। ਅੱਜ ਸਾਥੀਓ ਤੁਹਾਨੂੰ ਦੱਸ ਦਈਏ ਕਿ ਐਡੀਸ਼ਨਲ ਇੰਚਾਰਜ ਜਿਹੜਾ ਦਿੱਤਾ ਹੋਇਆ ਆਪਣੇ ਏਜੀ ਉਹ ਮੰਤਰੀ ਸਾਹਿਬ ਦੇ ਨਾਲ ਹੀ ਬੈਠੇ ਹੋਏ ਸੀਗੇ। ਸੋ ਇਸ ਤੇ ਬਹੁਤ ਵਧੀਆ ਜਿਹੜੀ ਉਹ ਅੱਜ ਗੱਲਬਾਤ ਹੋਈ। ਸੋ ਮੰਤਰੀ ਸਾਹਿਬ ਨੇ ਸਾਡੇ ਕੋਲ ਹੀ ਜਿਹੜਾ ਡਿਪਾਰਟਮੈਂਟ ਨੂੰ ਔਰ ਜਿਹੜੇ ਏਜੀ ਸਾਹਿਬ ਬੈਠੇ ਸੀਗੇ ਉਹਨਾਂ ਨੂੰ ਸਾਰੀ ਜਿਹੜੀ ਉਹ ਗੱਲਬਾਤ ਕਰੀ ਹੈ। ਸੋ ਉਹਨਾਂ ਦੇ ਪਹਿਲਾਂ ਵੀ ਇਹੀ ਜਿਹੜੀ ਹੈ ਗੱਲਬਾਤ ਉਹਨਾਂ ਦੇ ਆਪਸ ਵਿੱਚ ਹੋਈ ਸੀ 2364 ਦੇ ਸਬੰਧ ਦੇ ਵਿੱਚ। ਸੋ ਉਹਨਾਂ ਨੇ ਪੂਰਾ ਵਧੀਆ ਇਹ ਰਿਪਲਾਈ ਕਰਿਆ ਕਿ ਅਸੀਂ ਆਉਣ ਵਾਲੀ ਜਿਹੜੀ ਹੀਅਰਿੰਗ ਹੈ ਉਸ ਤੋਂ ਪਹਿਲਾਂ ਜਿਹੜੀ ਹੈ ਉਹ ਆਪਦੇ ਵੱਲੋਂ ਐਫੀਡੇਵਿਟ ਜਿਹੜਾ ਡਿਪਾਰਟਮੈਂਟ ਦੇ ਵੱਲੋਂ ਲੀਗਲ ਤੌਰ ਤੇ ਪੂਰਾ ਕੰਪਲੀਟ ਕਰਕੇ ਅਸੀਂ ਜਿਹੜੇ ਉਹ ਉੱਥੇ ਪੇਸ਼ ਜਿਹੜਾ ਕੋਰਟ ਦੇ ਵਿੱਚ ਜ਼ਰੂਰ ਕਰਾਂਗੇ ਤੇ ਭਰਤੀ ਨੂੰ ਜਿਹੜੀ ਹੈ ਉਹ ਬਹਾਲ ਕਰਵਾਵਾਂਗੇ। ਇਹ ਅੱਜ ਦੀ ਜਿਹੜੀ ਹੈ 2364 ਦੇ ਬਾਰੇ ਜਿਹੜੀ ਉਹ ਗੱਲਬਾਤ ਹੋਈ। ਤੁਹਾਨੂੰ ਦੱਸ ਦਈਏ ਕਿ ਜਦੋਂ ਐਡਵੋਕੇਟ ਵੀ ਉੱਥੇ ਵਿੱਚ ਬੈਠੇ ਸੀਗੇ ਏਜੀ ਸਾਹਿਬ ਤੇ ਉਹਨਾਂ ਨੇ ਸਾਰਾ ਅੱਜ ਜਿਹੜਾ ਹੈ ਕੋਰਟ ਦੇ ਵਿੱਚ ਜੋ ਕੇਸ ਚੱਲ ਰਿਹਾ ਉਸ ਦਾ ਨੰਬਰ ਵਗੈਰਾ ਜੋ ਵੀ ਹੈ ਉਹਨਾਂ ਨੇ ਦੁਬਾਰਾ ਸਾਰਾ ਨੋਟ ਕਰਿਆ ਸੀਗਾ। ਸੋ ਉਹਨਾਂ ਦੇ ਡਾਇਰੀ ਦੇ ਉੱਪਰ ਪਹਿਲਾਂ ਵੀ ਨੋਟ ਸੀਗਾ। ਉਹਨਾਂ ਨੇ ਇਹ ਕਿਹਾ ਵੀ ਇਹ ਸਾਡੇ ਕੋਲ ਮੈਟਰ ਜਿਹੜਾ ਹੈ ਸਾਡੇ ਕੋਲ ਹੈ ਤੇ ਸਾਡੇ ਕੋਲ ਇਸ ਪ੍ਰਤੀ ਜਿਹੜੀ ਉਹ ਗੱਲਬਾਤ ਚੱਲ ਰਹੀ ਹੈ। ਸੋ ਓਵਰਏਜ ਦਾ ਸਾਥੀਓ ਤੁਹਾਨੂੰ ਦੱਸ ਹੀ ਦਿੱਤਾ ਕਿ 635 ਦੇ ਵਿੱਚ ਤਾਂ ਮੰਤਰੀ ਸਾਹਿਬ ਨੇ ਕਿਹਾ ਵੀ ਇਹਦੇ ਵਿੱਚ ਤਾਂ ਹਜੇ ਅਸੀਂ ਏਜ ਰਿਲੈਕਸੇਸ਼ਨ ਦਾ ਜਿਹੜਾ ਉਹ ਨਹੀਂ ਕਰ ਸਕਦੇ ਤੇ ਬਾਕੀ 5994 ਵਿੱਚ ਜਿਹੜਾ ਹੈ ਓਵਰਏਜ ਦਾ ਮਸਲਾ ਜਿਹੜਾ ਉਹ ਅਸੀਂ ਕਰ ਰਹੇ ਹਾਂ। ਬਾਕੀ ਮੈਂ ਸਾਥੀਓ ਪਹਿਲਾਂ ਵੀ ਇਹ ਗੱਲ ਕਰ ਰਿਹਾ ਕਿ ਨਵੀਆਂ ਭਰਤੀਆਂ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਯੂਥ ਨੂੰ ਜਿਹੜਾ ਹੈ ਪੰਜਾਬ ਦੇ ਨੌਜਵਾਨ ਨੂੰ ਬਹੁਤ ਹੀ ਮੌਕਾ ਜਿਹੜਾ ਘੱਟ ਮਿਲਦਾ ਭਰਤੀਆਂ ਦੇ ਵਿੱਚ। ਅਦਰ ਸਟੇਟ ਤੋਂ ਕੋਈ ਵੀ ਸਟੇਟ ਹੋਵੇ ਉਸ ਆਣ ਕੇ ਸਾਡੀਆਂ ਭਰਤੀਆਂ ਦੇ ਵਿੱਚ ਜਿਹੜਾ ਉਹ ਜ਼ਿਆਦਾ ਕਾਬਜ ਹੋ ਜਾਂਦੇ ਆ ਸਾਥੀ। ਤਾਂ ਇਸ ਲਈ ਅਸੀਂ ਕਿਹਾ ਵੀ ਕੋਈ ਨਾ ਕੋਈ ਜਿਹੜਾ ਸ਼ਡਿਊਲ ਇਸ ਤਰ੍ਹਾਂ ਦਾ ਬਣਾਇਆ ਜਾਵੇ ਜਿਹਦੇ ਵਿੱਚ ਸਾਡੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਸ ਨੂੰ ਵੱਧ ਮੌਕਾ ਜਿਹੜਾ ਉਹ ਮਿਲ ਸਕੇ ਤੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ। ਸੋ ਉਸ ਬਾਰੇ ਸਾਰੀ ਗੱਲਬਾਤ ਜਿਹੜੀ ਉਹ ਕਰੀ ਹੈ। ਸੋ ਇਸ ਗੱਲ ਦੇ ਉੱਤੇ ਮੰਤਰੀ ਸਾਹਿਬ ਸਹਿਮਤ ਸਨ ਕਿ ਅਸੀਂ ਅਗਲੀ ਭਰਤੀ ਦੇ ਵਿੱਚ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਸ਼ਡਿਊਲ ਜਿਹੜਾ ਉਹ ਲੈ ਕੇ ਆਵਾਂਗੇ ਜਿਹਦੇ ਵਿੱਚ ਪੰਜਾਬ ਦੇ ਵਸਨੀਕ ਜਿੰਨੇ ਵੀ ਨੌਜਵਾਨ ਹੈਗੇ ਆ ਉਹਨਾਂ ਨੂੰ ਜਿਹੜੇ ਹੈ ਅਧਿਆਪਕ ਦੀ ਭਰਤੀ ਦੇ ਵਿੱਚ ਜਿਹੜਾ ਹੈ ਉਹ ਵੱਧ ਤੋਂ ਵੱਧ ਜਿਹੜਾ ਹੈ ਉਹਨਾਂ ਨੂੰ ਉਹਦੇ ਵਿੱਚ ਜਿਹੜਾ ਉਹਨਾਂ ਦੀ ਸਹਾਇਤਾ ਜਿਹੜੀ ਕੀਤੀ ਜਾ ਸਕੇ, ਉਹਨਾਂ ਨੂੰ ਭਰਤੀ ਦੇ ਵਿੱਚ ਜਿਹੜਾ ਹੈ ਵੱਧ ਤੋਂ ਵੱਧ ਮੌਕੇ ਜਿਹੜੇ ਉਹ ਦਿੱਤੇ ਜਾ ਸਕਣ। ਇਸ ਪ੍ਰਤੀ ਜਿਹੜੀ ਹੈ ਸਾਥੀਓ ਉਹ ਇਹ ਗੱਲਬਾਤ ਹੋਈ ਹੈ। ਸੋ ਸਾਥੀਓ ਇਹ ਸਾਰੀਆਂ ਮੰਗਾਂ ਜਿਹੜੀਆਂ ਆਪਣੀਆਂ ਬਿਲਕੁਲ ਜਿਹੜੀਆਂ ਬੇਰੁਜ਼ਗਾਰਾਂ ਦੀਆਂ ਉਹ ਸਾਰੀਆਂ ਅਸੀਂ ਆਪਣੀਆਂ 5 ਮੰਗਾਂ ਸਨ ਇਹ ਰੱਖੀਆਂ ਤੇ ਇਹਨਾਂ ਤੇ ਬਹੁਤ ਵਧੀਆ ਰਿਪਲਾਈ ਜਿਹੜਾ ਹੈ ਉਹ ਸਾਨੂੰ ਮਿਲਿਆ। ਸੋ ਉਮੀਦ ਕਰਦੇ ਹਾਂ ਕਿ ਆਪਣੀਆਂ 5994 ਦਾ ਪੋਰਟਲ ਵੀ ਬਹੁਤ ਜਲਦੀ ਜਿਹੜਾ ਓਪਨ ਹੋਵੇਗਾ ਔਰ ਉਹਦੇ ਵਿੱਚ ਓਵਰਏਜ ਦਾ ਮਸਲਾ ਵੀ ਹੱਲ ਹੋਊਗਾ। 635 ਦਾ ਪ੍ਰੋਸੈਸ ਜਿਹੜਾ ਆਲਰੇਡੀ ਚੱਲ ਹੀ ਰਿਹਾ ਹੈ ਤੇ ਆਪਾਂ ਉਹ ਬਹੁਤ ਜਲਦੀ ਜਿਹੜਾ ਉਹਨੂੰ ਕੰਪਲੀਟ ਕਰਵਾਵਾਂਗੇ, ਚਾਹੇ ਉਹ ਡੀ ਰਿਜ਼ਰਵੇਸ਼ਨ ਦਾ ਹੈ ਚਾਹੇ ਉਹ ਵੇਟਿੰਗ ਵਾਲੀਆਂ ਲਿਸਟਾਂ ਦਾ ਹੈ। ਉਹ ਅਸੀਂ ਸਾਰਾ ਮੀਟਿੰਗਾਂ ਦੇ ਤਹਿਤ ਚਾਹੇ ਉਹ ਡਿਪਾਰਟਮੈਂਟ ਦੇ ਵਿੱਚ ਮੀਟਿੰਗਾਂ ਕਰਨੀਆਂ ਨੇ ਚਾਹੇ ਉਹ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਨੀ ਹੈ, ਉਹ ਅਸੀਂ ਹਰ ਹਾਲਤ ਦੇ ਵਿੱਚ ਉਹ ਮੀਟਿੰਗਾਂ ਦੇ ਦੌਰ ਦਾ ਜਿਹੜਾ ਮਸਲਾ ਸਾਡਾ ਚੱਲਦਾ ਰਹੂਗਾ ਤੇ ਅਸੀਂ ਬਹੁਤ ਜਲਦੀ ਜਿਹੜੀ ਭਰਤੀਆਂ ਸਾਥੀਓ ਕੰਪਲੀਟ ਕਰਵਾਵਾਂਗੇ। ਘਬਰਾਉਣ ਦੀ ਜ਼ਰੂਰਤ ਨਹੀਂ ਗੀ। ਸੋ ਇੱਥੇ ਮੈਂ ਇੱਕ ਸਾਥੀਓ ਗੱਲ ਕਰਦੇ ਹਾਂ ਕਿ ਜੋ ਭਰਤੀਆਂ ਚੱਲ ਰਹੀਆਂ ਜੋ ਪ੍ਰੋਸੈਸ ਹੈਗਾ ਹੈ ਬਹੁਤ ਸਾਰੇ ਸਾਥੀਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਭੈ ਜਿਹੜਾ ਉਹ ਹੈਗਾ ਵੀ ਮੈਰਿਟ ਡਾਊਨ ਜਿਹੜੀ ਹੈ ਉਹ ਕਿੰਨੀ ਆਊਗੀ। ਸਾਥੀਓ ਮੈਂ ਤੁਹਾਨੂੰ ਦੱਸ ਦਿਆਂ ਕਿ ਹਜੇ ਡੀ ਰਿਜ਼ਰਵੇਸ਼ਨ ਜਿਹੜੀ ਹੈ ਹੋਣ ਵਾਲੀ ਪਈ ਹੈ, ਪ੍ਰੋਸੈਸ ਸ਼ੁਰੂ ਹੋਇਆ ਹੋਇਆ। ਸੋ ਕੱਲ ਫਿਰ ਅਸੀਂ ਦੁਬਾਰਾ ਜਿਹੜੀ ਉਹ ਗੱਲਬਾਤ ਡਿਪਾਰਟਮੈਂਟ ਦੇ ਨਾਲ ਕਰਾਂਗੇ ਵੀ ਕਿੰਨਾ ਪ੍ਰੋਸੈਸ ਕਿੱਥੇ ਤੱਕ ਪਹੁੰਚਿਆ ਜਾਂ ਉਸ ਦਾ ਕਿੰਨਾ ਕੈਟਾਗਰੀ ਦੀ ਡੀ ਰਿਜ਼ਰਵੇਸ਼ਨ ਦੀ ਜਿਹੜੀ ਹੈ ਯੈਸ ਹੋ ਕੇ ਐਨਓਸੀ ਜਿਹੜੀ ਉਹ ਮਿਲੀ ਹੈ ਜਾਂ ਨਹੀਂ ਮਿਲੀ, ਉਸ ਬਾਰੇ ਵੀ ਅਸੀਂ ਡੀਪਲੀ ਤੌਰ ਤੇ ਜਿਹੜੀ ਉਹ ਗੱਲਬਾਤ ਕਰਾਂਗੇ। ਡੀਪੀਆਈ ਮੈਮ ਨਾਲ ਜਿਹੜੀ ਗੱਲਬਾਤ ਅਸੀਂ ਸਾਂਝੀ ਕਰਾਂਗੇ। ਸੋ ਸਾਥੀਓ ਮੈਂ ਤੁਹਾਨੂੰ ਦੱਸ ਦਿਆਂ ਕਿ ਕੁਝ ਚਲੋ ਹਰੇਕ ਕੈਂਡੀਡੇਟ ਨੂੰ ਇਹ ਹੁੰਦਾ ਹੈ ਕਿ ਅਸੀਂ ਸੰਘਰਸ਼ ਕਰਿਆ ਹੈ ਪਰ ਸਾਡਾ ਨੰਬਰ ਜਿਹੜਾ ਹੈ ਉਹ ਇਸ 635 ਦੇ ਵਿੱਚ ਜਿਹੜਾ ਹੈ ਉਹ ਕਿਉਂ ਨਹੀਂ ਪਿਆ ਜਾਂ ਕੁਝ ਗਲਤ ਜਿਹੜੀਆਂ ਹੈਗੀਆਂ ਨੇ ਪਾਲਿਸੀਆਂ ਜਿਹੜੀਆਂ ਉਹ ਬਣਾਈਆਂ ਗਈਆਂ ਵੀ ਸਾਡਾ ਮੌਕਾ ਜਿਹੜਾ ਹੈਗਾ ਸਾਡੇ ਹੱਥੋਂ ਜਿਹੜਾ ਉਹ ਖੁੱਸ ਗਿਆ। ਬਿਲਕੁਲ ਸਾਥੀਓ ਤੁਹਾਡੀ ਬਿਲਕੁਲ ਗੱਲ ਜਾਇਜ਼ ਹੈ, ਠੀਕ ਹੈ। ਉਸ ਬਾਰੇ ਮੈਂ ਤੁਹਾਨੂੰ ਸਾਰਾ ਕਲੀਅਰ ਕਰਦਾ ਕਿ
ਇਸ਼ੂਜ਼ ਬਣੇ ਹੋਏ ਨੇ ਬਿਲਕੁਲ। ਉਹਦੇ ਵਿੱਚ ਹਰੇਕ ਕੈਟਾਗਰੀ ਨੂੰ ਆਪੋ ਆਪ ਦਾ ਜਿਹੜਾ ਉਹ ਕਹਿਣਾ ਵੀ ਵਾਜਬ ਹੁੰਦਾ ਹੈ, ਜਿਹੜਾ ਵੀ ਉਹ ਆਦੀ ਗੱਲ ਰੱਖ ਸਕਦੇ ਆ। ਪਰ ਉਹਦੇ ਪਿੱਛੇ ਸਾਥੀਓ ਆਪਾਂ ਇੰਨਾ ਜ਼ਿਆਦਾ ਗੰਭੀਰ ਜਿਹੜਾ ਉਹ ਨਹੀਂ ਹੋਣਾ। ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਗੱਲ ਕਰੀਏ ਡਿਪਾਰਟਮੈਂਟ ਦੇ ਵਿੱਚ, ਚਾਹੇ ਉਹ ਸਰਕਾਰਾਂ ਡਿਪਾਰਟਮੈਂਟ ਜਿਹੜੇ ਆਫਿਸਰ ਨੇ, ਅਫਸਰਸ਼ਾਹੀ ਹੈ ਔਰ ਸਰਕਾਰ ਜਿਹੜੀ ਹੈ ਉਹਨਾਂ ਦੇ ਮਿਲੀ ਭੁਗਤ ਹਮੇਸ਼ਾ ਵਾਸਤੇ ਜਿਹੜੀ ਹੈ ਉਹ ਹੁੰਦੀ ਹੈ। ਜਦੋਂ ਵੀ ਕੋਈ ਰੂਲ ਬਣਦੇ ਆ ਸਰਕਾਰ ਆਪਦਾ ਫਾਇਦਾ ਸੋਚ ਕੇ ਜਿਹੜੀ ਉਹ ਰੂਲ ਬਣਾਉਂਦੀ ਹੈ। ਕੈਂਡੀਡੇਟ ਬਾਰੇ ਜਿਹੜਾ ਉਹ ਕਦੇ ਵੀ ਜਿਹੜੀ ਹੈ ਉਹ ਨਹੀਂ ਸੋਚਦੀ। ਉਹਨਾਂ ਨੂੰ ਸਰਕਾਰ ਨੂੰ ਆਪ ਦਾ ਜਿਹੜਾ ਸਭ ਤੋਂ ਜ਼ਿਆਦਾ ਜਿੰਨਾ ਬੈਨੀਫਿਟ ਮਿਲਦਾ ਹੈ ਉਹਨਾਂ ਨੇ ਆਪਦੇ ਵੱਲ ਜਿਹੜਾ ਉਹ ਧਿਆਨ ਕਰਨਾ ਹੁੰਦਾ ਹੈ। ਸੋ ਇਹਦੇ ਵਿੱਚ ਦੱਸਦੇ ਹਾਂ ਕਿ ਬਹੁਤ ਸਾਰੇ ਸਾਥੀ ਕਹਿ ਰਹੇ ਸੀ ਵੀ ਡਬਲ ਰਜਿਸਟ੍ਰੇਸ਼ਨ ਜਿਹੜੀ ਹੋਈ ਹੈ ਉਸ ਬਾਰੇ ਜਿਹੜਾ ਬਹੁਤ ਸਾਰਾ ਜਿਹੜਾ ਲਾਸ ਹੋਇਆ ਹੈ ਵੀ SC BC ਦੀ ਜਿਹੜੀ ਮੈਰਿਟ ਜਿਹੜੀ ਉਹ ਡਾਊਨ ਨਹੀਂ ਜਾ ਰਹੀ ਔਰ EWS ਦੀ ਜਿਹੜੀ ਹੈ ਮੈਰਿਟ ਡਾਊਨ ਗਈ ਹੈ। ਮੈਂ ਤੁਹਾਨੂੰ ਇੱਥੇ ਸਾਥੀਓ ਇੱਕ ਗੱਲ ਕਲੀਅਰ ਕਰ ਦੇਵਾਂ, ਬਿਲਕੁਲ ਜੋ ਡਬਲ ਰਜਿਸਟ੍ਰੇਸ਼ਨ ਹੋਈ ਹੈ, ਜੋ ਪਹਿਲਾਂ ਭਰਤੀ ਹੁੰਦੀ ਸੀ ਡਬਲ ਰਜਿਸਟ੍ਰੇਸ਼ਨ ਨਹੀਂ ਹੁੰਦੀ ਸੀ। ਚਲੋ ਆਪਣੇ ਤੋਂ ਪਹਿਲਾਂ ਆਪਣੀ ਭਰਤੀ 435 ਤੋਂ ਪਹਿਲਾਂ ਵੀ ਭਰਤੀਆਂ ਹੋਈਆਂ ਸੀਗੀਆਂ। BEd ਦੀ ਵੀ ਭਰਤੀ ਹੋਈ ਸੀਗੀ ਜਿਹੜੀ ਹੋਈ ਸੀਗੀ 3704 2110 ਦੇ ਕਰੀਬ, ਮੇਰੇ ਖਿਆਲ 2107 ਕਿ 2110 ਭਰਤੀ ਹੋਈ ਸੀ, ਉਹਦੇ 'ਚ ਡਬਲ ਰਜਿਸਟ੍ਰੇਸ਼ਨ ਹੋਈ ਸੀ। ਸੋ ਉਸ ਬਾਰੇ ਕੋਈ ਵੀ ਆਪਾਂ ਨੂੰ ਕਲੀਅਰ ਨਹੀਂ ਸੀਗਾ। ਸੋ 635 ਦੇ ਵਿੱਚ ਵੀ ਡਬਲ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੋਈ ਹੈ। ਮੈਂ ਤਾਂ ਤੁਹਾਨੂੰ ਕਲੀਅਰ ਕਰ ਦਿਆਂ ਕਿਉਂਕਿ ਕਿਸੇ ਦੇ ਕਹਿਣ ਤੇ ਜਾਂ ਕੋਈ ਪਰਸਨਲੀ ਬੰਦਾ ਜਾ ਕੇ ਕਹਿ ਦੇਵੇ ਸਰਕਾਰ ਨੂੰ ਵੀ ਸਾਰਾ ਇਸ ਤਰ੍ਹਾਂ ਜਿਹੜਾ ਉਹ ਤੁਸੀਂ ਕਰੋ ਤਾਂ ਸਾਨੂੰ ਉਸ ਦਾ ਬੈਨੀਫਿਟ ਮਿਲੂਗਾ, ਪਰ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ, ਸਰਕਾਰ ਨੇ ਔਰ ਡਿਪਾਰਟਮੈਂਟ ਨੇ, ਕਾਂਗਰਸ ਸਰਕਾਰ ਸੀਗੀ ਜਦੋਂ, ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ, ਸਰਕਾਰਾਂ ਆਪਦਾ ਸੋਚ ਕੇ ਆਪਦਾ ਬੈਨੀਫਿਟ ਸੋਚ ਕੇ ਵੀ ਅਸੀਂ ਜਿਹੜੇ ਅਫਸਰਸ਼ਾਹੀ ਹੁੰਦੀ ਹੈ ਉਹਨਾਂ ਨੇ ਨੋਟ ਕਰਨਾ ਹੁੰਦਾ ਹੈ ਵੀ ਅਸੀਂ ਸਰਕਾਰ ਨੂੰ ਕਿੰਨੀ ਜ਼ਿਆਦਾ ਆਪਦੇ ਡਿਪਾਰਟਮੈਂਟ ਦੇ ਵਿੱਚੋਂ ਕਮਾਈ ਕਰਕੇ ਦੇ ਸਕਦੇ ਹਾਂ। ਕਿਉਂਕਿ ਸਰਕਾਰ ਦੇ ਕਮਾਊ ਪੁੱਤਰ ਹੁੰਦੇ ਆ, ਉਹਨਾਂ ਨੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਸ਼ਡਿਊਲ ਬਣਾਉਣਾ ਹੁੰਦਾ ਵੀ ਵੱਧ ਤੋਂ ਵੱਧ ਅਸੀਂ ਕਮਾਈ ਜਿਹੜੀ ਹੈ ਉਹ ਸਰਕਾਰ ਨੂੰ ਕਰਕੇ ਦੇਈਏ। ਡਬਲ ਰਜਿਸਟ੍ਰੇਸ਼ਨ ਜਿਹੜੀ ਹੋਈ ਹੈ ਤਾਂ ਸਰਕਾਰ ਨੂੰ ਜਿਹੜੀ ਹੈ ਦੁੱਗਣੀ ਤੋਂ ਤਿੱਗਣੀ ਜਿਹੜੀ ਹੈ ਉਹ ਅਪਲਾਈ ਦੇ ਕਰਨ ਦੇ ਟਾਈਮ ਹੀ ਜਿਹੜੀ ਹੈ ਇਨਕਮ ਜਿਹੜੀ ਹੈ ਹੋਈ ਹੈ। ਤਾਂ ਸਾਥੀਓ ਇੱਥੇ ਮੈਂ ਦੱਸ ਦਿਆਂ ਕਿ ਸਰਕਾਰ ਨੇ ਕਿਸੇ ਬਾਰੇ ਹੋਰ ਨਹੀਂ ਸੋਚਿਆ ਵੀ ਇਹਦੇ 'ਚ ਕਿਸੇ ਨੂੰ ਕੋਈ ਬੈਨੀਫਿਟ ਹੈ ਜਾਂ ਇਸ ਤੇ ਕਿਸੇ ਨੂੰ ਬੈਨੀਫਿਟ ਹੈ ਜਾਂ ਇਸ ਤੇ ਕਿਸੇ ਨੂੰ ਲਾਸ ਹੈ। ਪਰ ਮੈਂ ਇਹ ਗੱਲ ਤੁਹਾਨੂੰ ਦੱਸ ਦਿਆਂ ਕਿ ਡਿਪਾਰਟਮੈਂਟ ਔਰ ਸਰਕਾਰ ਜਿਹੜੀ ਹੈ ਮਿਲੀ ਭੁਗਤ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਡਬਲ ਰਜਿਸਟ੍ਰੇਸ਼ਨ ਜਿਹੜੀ ਹੈ ਕਰਵਾਈ ਹੈ ਜਾਂ ਕਿਸੇ ਦੇ ਕੈਂਡੀਡੇਟ ਦੇ ਕਹਿਣ ਤੇ ਇਹ ਡਬਲ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਨਹੀਂ ਹੁੰਦੀ। ਸੋ ਸਾਥੀਓ ਮੈਂ ਇਹ ਗੱਲ ਕਲੀਅਰ ਕਰ ਦਿਆਂ ਵੀ ਠੀਕ ਹੈ ਡਿਪਾਰਟਮੈਂਟ ਇਸ ਤਰ੍ਹਾਂ ਦੀਆਂ ਕਰਦਾ ਹੈ, ਗਲਤੀਆਂ ਕਰਦਾ ਹੈ ਜਾਂ ਕੁਝ ਵੀ ਹੈ, ਉਸ ਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਆਪਦਾ ਇੱਕ ਦੂਸਰੇ ਉੱਪਰ ਕਿੰਤੂ ਪਰੰਤੂ ਜਾਂ ਇੱਕ ਦੂਸਰੇ ਉੱਪਰ ਜਿਨ੍ਹਾਂ ਨੇ ਕਿਉਂਕਿ 6 ਸਾਲ ਲਗਾਤਾਰ ਕੰਮ ਕੀਤਾ, ਆਪਣੇ ਆਪ ਸਾਥੀ ਆਪਣੇ ਨਾਲ ਕੰਮ ਕਰਦੇ ਰਹੇ ਜਾਂ ਪ੍ਰੋਟੈਸਟਾਂ ਦੇ ਠੀਕ ਹੈ ਸਾਰਿਆਂ ਨੇ ਪਰਚੇ ਕਰਵਾਏ, ਸਾਰੇ ਸਾਥੀ, ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਪ੍ਰਧਾਨ ਨੇ ਵੀ ਇਹ ਕੰਮ ਕੀਤਾ ਵੀ ਜਾਣੇ ਕਿ ਇੰਨੀਆਂ ਭਰਤੀਆਂ ਜਿਹੜੀਆਂ ਉਹ ਆਈਆਂ, ਬਹੁਤ ਸਾਰੇ ਕੈਂਡੀਡੇਟ ਦਾ ਜਿਹੜਾ ਵਿੱਚ ਸਹਿਯੋਗ ਹੈ। ਸੋ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਹੈਗਾ ਸਰਕਾਰ ਡਿਪਾਰਟਮੈਂਟ ਤੇ ਆਪਾਂ ਪ੍ਰੈਸ਼ਰ ਬਣਾ ਸਕਦੇ ਹਾਂ, ਆਪਾਂ ਕਿਸੇ ਦੇ ਉੱਪਰ ਜਿਹੜੀ ਹੈਗੀ ਹੈ ਉਹ ਆਪਣੀ ਕਿੰਤੂ ਪਰੰਤੂ ਕਰਨੀ ਜਿਹੜੀ ਉਹ ਕੋਸ਼ਿਸ਼ ਕਰ ਦਈਏ। ਸੋ ਲੜਾਈਆਂ ਝਗੜਿਆਂ ਦੇ ਵਿੱਚ ਜਿਹੜਾ ਉਹ ਕੁਛ ਨਹੀਂ ਪਿਆ। ਜੇਕਰ ਸਾਥੀਓ ਜਿਵੇਂ 994 ਭਰਤੀ ਆ ਰਹੀ ਹੈ, ਜੇਕਰ ਵੱਧ ਤੋਂ ਵੱਧ ਆਪਾਂ ਜਿਹੜਾ ਉਹ ਆਦਾ ਪੜ੍ਹਾਈ ਦੇ ਵੱਲ ਜਿਹੜਾ ਤਿਆਰੀ ਦੇ ਵੱਲ ਧਿਆਨ ਦੇਵਾਂਗੇ ਤਾਂ ਉਹ ਬਹੁਤ ਵਧੀਆ ਹੋਊਗਾ ਵੀ ਆਪਣੀ ਸਾਰੀ ਭਰਤੀ ਜਿਹੜੀ ਉਹਦੇ ਵਿੱਚ ਜਿਹੜਾ ਆਪਣਾ ਨੰਬਰ ਵੀ ਜਿਹੜਾ ਉਹ ਸਾਥੀਓ ਬਹੁਤ ਈਜ਼ੀਲੀ ਤੌਰ ਤੇ ਜਿਹੜਾ ਉਹ ਆ ਜਾਊਗਾ। ਸੋ ਸਾਥੀਓ ਇਹ ਗੱਲ ਸੀਗੀ ਕਿ ਦੂਸਰੀ ਗੱਲ ਇਹ ਹੈ ਵੀ ਜਿੰਨਾ ਆਪਾਂ WhatsApp ਗਰੁੱਪਾਂ ਦੇ ਵਿੱਚ ਇੱਕ ਦੂਸਰੇ ਉੱਪਰ ਕਿੰਤੂ ਪਰੰਤੂ ਉਹ ਵਾਲੀ ਗੱਲ ਇਹ ਹੈ ਉਹ ਇਹਦੇ ਕਰਕੇ ਹੋ ਗਿਆ, ਇਹ ਇਹਦੇ ਕਰਕੇ ਹੋ ਗਿਆ, ਪਲੀਜ਼ ਬੇਨਤੀ ਹੈ ਮੇਰੇ ਵੱਲੋਂ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਤਾਂ ਆਪਾਂ ਸਹੀ ਗਰੁੱਪਾਂ ਦੇ ਵਿੱਚ ਜੋ ਭਰਤੀ ਆਉਣ ਵਾਲੀ ਜਿਹੜੇ ਆਪਣੇ ਸਾਥੀ ਰਹਿ ਗਏ ਨੇ, ਮੈਂ ਸਾਥੀਓ ਤੁਹਾਡੇ ਨਾਲ ਇੱਕ ਇਹ ਗੱਲ ਕਰਨਾ ਚਾਹੁੰਦਾ ਕਿ ਖੜੇ ਆ ਤੁਹਾਡੇ ਨਾਲ। ਮੈਨੂੰ ਇਸ ਚੀਜ਼ ਦਾ ਅਫਸੋਸ ਹੈ ਵੀ ਬਹੁਤ ਸਾਰੇ ਸਾਥੀ ਆਪਣੇ ਜਿਹੜੇ ਸੰਘਰਸ਼ ਦੇ ਵਿੱਚ ਆਉਂਦੇ ਸੀਗੇ, ਜ਼ਿਆਦਾ ਕੁਝ ਸਾਥੀ ਆਪਣੇ ਲੱਗ ਚੁੱਕੇ ਨੇ, ਕੁਝ ਸਾਥੀ ਆਪਣੇ ਰਹਿ ਚੁੱਕੇ ਨੇ, ਕਿਉਂਕਿ 635 ਵਿੱਚ 635 ਹੀ ਕੈਂਡੀਡੇਟ ਲੱਗਣੇ ਸੀ। ਸੋ ਜਿਹੜੇ ਸਾਥੀ ਰਹਿ ਗਏ ਨੇ ਘਬਰਾਉਣ ਦੀ ਜ਼ਰੂਰਤ ਨਹੀਂ, ਅਸੀਂ ਅੱਜ ਵੀ ਤੁਹਾਡੇ ਨਾਲ ਖੜੇ ਆ ਤੇ ਕੱਲ ਵੀ ਖੜਾਂਗੇ। ਕੋਈ ਇਹ ਨਾ ਸਮਝਿਓ ਕਿ 994 ਦੀ ਭਰਤੀ ਦੀ ਗੱਲ ਨਹੀਂ ਕਰਦੇ, ਸਾਨੂੰ ਇਹ ਪਤਾ ਹੈ ਕਿ ਜੇਕਰ ਸਾਡੀ ਭਰਤੀ ਆਊਗੀ ਤਾਂ ਹੀ ਸਾਡੇ ਜਿਹੜੇ ਪਿੱਛੇ ਸਾਥੀ ਰਹਿ ਗਏ ਨੇ ਉਹ ਭਰਤੀ ਦੇ ਵਿੱਚ ਜਿਹੜਾ ਹੈ ਉਹ ਆ ਜਾਣਗੇ ਤੇ ਉਹਨਾਂ ਨੂੰ ਰੁਜ਼ਗਾਰ ਮਿਲੂਗਾ। ਸੋ ਸਾਥੀਓ ਤੁਹਾਡੇ ਨਾਲ ਖੜੇ ਆ, ਘਬਰਾਉਣ ਦੀ ਜ਼ਰੂਰਤ ਨਹੀਂ।
ਗਰੁੱਪਾਂ ਦੇ ਵਿੱਚ ਇੱਕ ਦੂਸਰੇ ਉੱਪਰ ਕਿੰਤੂ ਪਰੰਤੂ ਕਰਨ ਦੇ ਨਾਲੋਂ ਤੁਸੀਂ ਆਪਦਾ ਜਿਹੜਾ ਗਰੁੱਪਾਂ ਦੇ ਵਿੱਚ ਸਿਲੇਬਸ, ਗਰੁੱਪਾਂ ਦੇ ਵਿੱਚ ਨੋਟਸ ਵਗੈਰਾ ਔਰ ਆਪਸ ਦੇ ਵਿੱਚ ਜਿਹੜੀ ਹੈ ਚੈਟ ਰਾਹੀਂ ਗਰੁੱਪਾਂ ਦੇ ਵਿੱਚ ਜਿਹੜੀ ਹੈ ਉਹ ਵੱਧ ਤੋਂ ਵੱਧ ਜਿਹੜੀ ਉਹ ਤੁਸੀਂ ਸਟੱਡੀ ਜਿਹੜੀ ਉਹ ਕਰ ਸਕਦੇ ਹੋ, ਇੱਕ ਦੂਸਰੇ ਕੋਲ ਜਿਹੜੀ ਉਹ ਨੌਲੇਜ ਲੈ ਸਕਦੇ ਹੋ, ਜਿੰਦੇ 'ਚ ਬਹੁਤ ਸਾਰੇ ਸਾਥੀ ਜਿਹੜੇ ਉਹ ਆਪਣੇ 994 ਦੇ ਵਿੱਚ ਬਹੁਤ ਵਧੀਆ ਜਿਹੜੇ ਉਹ ਸਫਲ ਹੋ ਜਾਣਗੇ ਅਤੇ ਉਹ ਨੰਬਰ ਲੈ ਕੇ ਜਿਹੜੇ ਉਹ ਰੁਜ਼ਗਾਰ ਜਿਹੜਾ ਹੈ ਪ੍ਰਾਪਤ ਕਰ ਸਕਣਗੇ। ਇਹ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ, ਤੇ ਇਹ ਬੇਨਤੀ ਜ਼ਰੂਰ ਅੱਜ ਤੋਂ ਸਾਥੀਓ ਤੁਸੀਂ ਕਿਸੇ ਤੇ ਕਿੰਤੂ ਪਰੰਤੂ ਕਰਨ ਦੇ ਨਾਲੋਂ ਜੇਕਰ ਤੁਸੀਂ ਗਰੁੱਪ ਦੇ ਵਿੱਚ ਨੋਟਸ ਪਾਓਗੇ ਉਹ ਨੋਟਸ ਵੱਲ ਧਿਆਨ ਦਿਓਗਾ, ਗਰੁੱਪ ਦੇ ਵਿੱਚ ਤੁਸੀਂ ਸਟੱਡੀ ਵੱਲ ਧਿਆਨ ਦਿਓਗੇ, ਚਾਹੇ ਕੋਈ ਚੰਗੇ ਇੰਸਟੀਚਿਊਟ ਦੇ ਧਿਆਨ ਦਿਓਗੇ ਤਾਂ ਸਾਥੀ ਉਧਰ ਹੀ ਧਿਆਨ ਦੇਣਗੇ। ਸੋ ਇਸ ਕਰਕੇ ਸਾਰਿਆਂ ਦੇ ਅੱਗੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਲੜਾਈਆਂ ਦੀ ਬਜਾਏ ਤਾਂ ਜਿਹੜੀ ਹੈਗੀ ਆਪਦੀ ਕੋਚਿੰਗ ਵੱਲ ਧਿਆਨ ਦਈਏ ਕਿ ਭਰਤੀ ਬਹੁਤ ਜਲਦੀ ਜਿਹੜੀ ਹੈ ਉਹ ਆ ਰਹੀ ਹੈ, ਤੇ ਉਸ ਦੇ ਵਿੱਚ ਆਪਾਂ ਕੰਪੀਟੀਸ਼ਨ ਜਿਹੜਾ ਉਹ ਲੜਨਾ ਹੈ ਤਾਂ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜਾ ਉੱਥੇ ਕੰਪੀਟੀਸ਼ਨ ਜਿਹੜਾ ਉਹ ਲੜ ਸਕੀਏ ਪੇਪਰ ਦੇ ਵਿੱਚ। ਤਾਂ ਇਹ ਸਾਥੀਓ ਮੇਰੀਆਂ ਬੇਨਤੀਆਂ ਸੀਗੀਆਂ। ਇਸ ਤੋਂ ਅੱਗੇ ਸਾਥੀ ਜਿਹੜੇ ਆਪਣੇ ਜੁਆਇਨ ਕਰ ਚੁੱਕੇ ਨੇ 6835 ਦੇ ਵਿੱਚ, ਉਹਨਾਂ ਦੇ ਬਹੁਤ ਸਾਰੇ ਫੋਨ ਆਏ ਸੀਗੇ, ਤਾਂ ਉਹਨਾਂ ਸਾਥੀਆਂ ਨੂੰ ਵੀ ਮੈਂ ਦੱਸ ਦਿਆਂ ਕਿ ਅੱਜ ਜਿਹੜੀ ਹੈ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਸੀਗੀਆਂ, ਜਿਹੜੀਆਂ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਆ ਉਹ ਪ੍ਰੋਬਲਮ ਜਿਹੜੀਆਂ ਆ ਰਹੀਆਂ ਨੇ ਸਕੂਲਾਂ ਦੇ ਵਿੱਚ। ਇੱਕ ਤਾਂ ਇਹ ਸੀਗੀ ਅੱਜ ਅਸੀਂ ਬਦਲੀਆਂ ਦਾ ਜਿਹੜਾ ਉਹ ਗੱਲਬਾਤ ਜਿਹੜੀ ਹੈ ਉਹ ਕਰੀ ਸੀਗੀ ਮੰਤਰੀ ਸਾਹਿਬ ਦੇ ਅੱਗੇ, ਪਰ ਹਜੇ ਤੱਕ ਜਿਹੜਾ ਉਸ ਤੇ ਆਪਾਂ ਨੂੰ ਸਾਥੀਓ ਬਦਲੀਆਂ ਦੇ ਬਾਰੇ ਜਿਹੜਾ ਹੈ ਉਹ ਸਹੀ ਰਿਪਲਾਈ ਨਹੀਂ ਮਿਲਿਆ, ਕਿਉਂਕਿ ਮੰਤਰੀ ਸਾਹਿਬ ਨੇ ਕਿਹਾ ਵੀ ਜਿਹੜੀ ਨੋਟੀਫਿਕੇਸ਼ਨ ਦੇ ਲਿਖਿਆ ਸੀਗਾ ਡਿਸਐਡਵਾਂਟੇਜ ਏਰੀਏ ਦੀ ਭਰਤੀ ਹੈ, ਤਾਂ ਇਸ ਤੇ ਅਸੀਂ ਜਿਹੜਾ ਹੈਗਾ ਇੱਕ ਵਾਰ ਜਿਹੜਾ ਹੈਗਾ ਜਿੱਥੇ ਕੈਂਡੀਡੇਟ ਬੈਠਾ ਅਸੀਂ ਉਸ ਨੂੰ ਜਿਹੜਾ ਸਕੂਲਾਂ ਨੂੰ ਜਿਹੜਾ ਉਹ ਖਾਲੀ ਨਹੀਂ ਕਰ ਸਕਦੇ, ਬਦਲੀ ਨਹੀਂ ਕਰ ਸਕਦੇ। ਪਰ ਸਾਥੀਓ ਇਹ ਗੱਲ ਹੋਈ ਸੀਗੀ ਕਿ ਜਿੰਨਾ ਵੀ ਹੋ ਸਕੇ, ਜਿਵੇਂ 3704 ਭਰਤੀ ਦੇ ਵਿੱਚ ਤੁਸੀਂ 4 ਮਹੀਨਿਆਂ ਦੇ ਵਿੱਚ ਬਦਲੀਆਂ ਕਰਤੀਆਂ ਸੀਗੀਆਂ, ਜੇਕਰ 4-5 ਮਹੀਨਿਆਂ ਦੇ ਵਿੱਚ ਤੁਸੀਂ ਸਾਡੀਆਂ ਬਦਲੀਆਂ ਜਿਹੜੀਆਂ ਉਹ ਕਰ ਸਕਦੇ ਹੋ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ। ਪਰ ਉੱਥੇ ਅਜੇ ਤੱਕ ਕੋਈ ਸਹੀ ਰਿਪਲਾਈ ਨਹੀਂ ਸੀਗਾ। ਪਰ ਇਹ ਗੱਲ ਸੀਗੀ ਵੀ ਜਿੰਨੀ ਦੇਰ ਜਦੋਂ 994 ਭਰਤੀ ਹੁੰਦੀ ਹੈ ਤਾਂ ਉਸ ਸਮੇਂ ਵੀ ਸਾਡਾ ਜਿਹੜਾ ਹੈਗਾ ਉਹ ਭਰਤੀ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਆਨਲਾਈਨ ਚਾਹੇ ਉਹ ਸਾਨੂੰ ਜਿਹੜੀ ਹੈ ਬਦਲੀ ਦਾ ਪੋਰਟਲ ਖੋਲ ਕੇ ਸਾਨੂੰ ਜਿਹੜੀ ਹੈ ਸਾਡੇ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਜਿਹੜਾ ਉਹ ਭੇਜਿਆ ਜਾਵੇ। ਇਸ ਪ੍ਰਤੀ ਸਾਥੀਓ ਗੱਲਬਾਤ ਹੋਈ ਅੱਜ ਮੰਤਰੀ ਸਾਹਿਬ ਦੇ ਨਾਲ। ਸੋ ਉਸ ਤੋਂ ਅੱਗੇ ਸਾਥੀਓ ਗੱਲ ਹੋਈ ਸੀਗੀ ਪਰਖ ਕਾਲ ਦੇ ਵਿੱਚ ਜਿਹੜਾ ਮੈਡੀਕਲ ਜਿਹੜੀ ਹੈ ਸਹਾਇਤਾ ਜਿਹੜੀ ਹੈ ਮੈਡੀਕਲ ਛੁੱਟੀਆਂ ਦੀ ਜਿਹੜੀ ਹੈ ਉਹ ਆਪਾਂ ਨੂੰ ਜਿਹੜੀ ਹੈ ਲੈਣੀਆਂ ਸੰਬੰਧਿਤ ਡਿਪਾਰਟਮੈਂਟ ਦੇ ਕੋਲੋਂ। ਉਸ ਬਾਰੇ ਗੱਲਬਾਤ ਹੋਈ ਸੀਗੀ ਮੰਤਰੀ ਸਾਹਿਬ ਦੇ ਨਾਲ ਕਿ ਸਾਨੂੰ ਜਿਹੜੇ ਸਾਡੇ ਸਾਥੀ ਜਿਹੜੇ ਸਿਲੈਕਟ ਹੋ ਚੁੱਕੇ ਨੇ ਉਹਨਾਂ ਨੂੰ ਮੈਡੀਕਲ ਛੁੱਟੀਆਂ ਜਿਹੜੀਆਂ ਨੇ ਉਹ ਮੁਹੱਈਆ ਜ਼ਰੂਰ ਕਰਵਾਈਆਂ ਜਾਣ। ਤਾਂ ਉਸ ਪ੍ਰਤੀ ਮੰਤਰੀ ਸਾਹਿਬ ਦਾ ਹਾਂ ਪੱਕੀ ਰਿਪਲਾਈ ਸੀਗਾ ਕਿ ਅਸੀਂ ਉਸ ਪ੍ਰਤੀ ਜਿਹੜਾ ਹੈ ਬਹੁਤ ਜਲਦੀ ਜਿਹੜਾ ਹੈ ਉਹ ਅਸੀਂ ਸਟੈਪ ਜਿਹੜਾ ਉਹ ਲੈ ਰਹੇ ਹਾਂ ਤੇ ਇਹਨਾਂ ਦੇ ਪ੍ਰਤੀ ਜਿਹੜਾ ਨੋਟਸ ਜਿਹੜਾ ਉਹ ਕੱਢ ਰਹੇ ਹਾਂ ਕਿ ਮੈਡੀਕਲ ਛੁੱਟੀ ਜਿਹੜੀ ਹੈ ਉਹ ਨਵੇਂ ਕੈਂਡੀਡੇਟਾਂ ਨੂੰ ਜਿਹੜੀ ਉਹ ਦਿੱਤੀ ਜਾਊਗੀ। ਇਸ ਤੋਂ ਸਾਥੀਓ ਅੱਗੇ ਜਿਹੜੀ ਇੱਕ ਹੋਰ ਗੱਲ ਸੀਗੀ, ਕੁਝ ਸਾਥੀ ਆਪਣੇ ਜਿਹੜੇ ਸਿਲੈਕਟ ਹੋ ਚੁੱਕੇ ਨੇ ਉਹਨਾਂ ਦੀ ਸਟੱਡੀ ਜਿਹੜੀ ਉਹ ਚੱਲ ਰਹੀ ਹੈ ਰੈਗੂਲਰ। ਪਹਿਲੇ ਕੁਝ ਗ੍ਰੈਜੂਏਸ਼ਨ ਕਰ ਰਹੇ ਨੇ, ਕੁਝ ਐਮਏ ਵਗੈਰਾ ਕਰ ਰਹੇ ਨੇ, ਚਾਹੇ ਕੋਈ ਹੋਰ ਵੀ ਨਾਲ ਡਿਗਰੀ ਵਗੈਰਾ ਕਰ ਰਹੇ ਨੇ। ਉਹਨਾਂ ਦੇ ਬਹੁਤ ਸਾਰੇ ਫੋਨ ਆਏ ਸੀਗੇ। ਉਸ ਪ੍ਰਤੀ ਜਿਹੜੀ ਗੱਲ ਹੋਈ ਹੈ ਕਿ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਰੈਗੂਲਰ ਜਿਹੜੀ ਹੈ ਉਹ ਜਾਰੀ ਰੱਖੀ ਜਾਣੀ ਚਾਹੀਦੀ ਹੈ, ਕਿਉਂਕਿ ਜੌਬ ਦੇ ਵਿੱਚ ਜਿਹੜੀ ਉਹ ਆਦੀ ਸਟੱਡੀ ਜਿਹੜੀ ਉਹ ਨਾ ਛੱਡਣ। ਇਸ ਲਈ ਉਹਨਾਂ ਨੂੰ ਉਹ ਜਦੋਂ ਐਗਜ਼ਾਮ ਹੁੰਦੇ ਆ ਉਸ ਅਕੋਰਡਿੰਗ ਜਿਹੜੀ ਹੈ ਉਹਨਾਂ ਨੂੰ ਛੁੱਟੀਆਂ ਵਗੈਰਾ ਜਿਹੜੀ ਉਹ ਜ਼ਰੂਰ ਦਿੱਤੀਆਂ ਜਾਣ ਤਾਂ ਜੋ ਆਪਦੇ ਐਗਜ਼ਾਮ ਵਗੈਰਾ ਜਿਹੜੇ ਉਹ ਦੇ ਸਕਣ। ਸੋ ਇਸ ਪ੍ਰਤੀ ਵੀ ਮੰਤਰੀ ਸਾਹਿਬ ਨੇ ਸਾਰੀ ਗੱਲਬਾਤ ਨੋਟ ਕਰੀ ਹੈ। ਸੋ ਇਸ ਤੇ ਵੀ ਉਹਨਾਂ ਨੇ ਹਾਂ ਪੱਕੀ ਜਿਹੜਾ ਉਹ ਜਵਾਬ ਦਿੱਤਾ ਹੈ ਕਿ ਅਸੀਂ ਇਹ ਵੀ ਕੰਮ ਜਿਹੜਾ ਹੈ ਉਹ ਜ਼ਰੂਰ ਕਰਾਂਗੇ। ਤਾਂ ਸਭ ਤੋਂ ਜ਼ਿਆਦਾ ਜਿਹੜੀ ਦਿੱਕਤ ਆ ਰਹੀ ਹੈ ਆਪਣੇ ਸਾਥੀਆਂ ਨੂੰ, ਜਿੱਥੇ ਸਿੰਗਲ ਟੀਚਰ ਹੈ ਜਿਹੜੇ ਸਕੂਲ ਦੇ ਵਿੱਚ, ਉਸ ਸਕੂਲ ਦੇ ਵਿੱਚ ਚਾਹੇ ਉਹ 50 ਚਾਹੇ ਉਹ 30 ਚਾਹੇ 60 ਸਟੂਡੈਂਟ ਹੈਗਾ ਪਰ ਸਿੰਗਲ ਟੀਚਰ ਹੈ, ਉਸ ਟੀਚਰ ਨੂੰ ਵਾਧੂ ਦੀਆਂ ਡਿਊਟੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ, ਜਿਸ ਤਰ੍ਹਾਂ BLO ਦੀ ਚਾਹੇ ਕਿਤੇ ਹੋਰ, ਕਿਉਂਕਿ ਉਹਨਾਂ ਨੇ HT ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਮਿਡ ਡੇ ਮੀਲ ਦਾ ਵੀ ਬਹੁਤ ਸਾਰਾ ਜਿਹੜਾ ਹੁੰਦਾ ਕੰਮ ਉਹ ਵੀ ਨਿਭਾ ਰਹੇ ਨੇ, ਕਿਉਂਕਿ ਆਫਿਸ ਦੇ ਵਿੱਚ ਕਦੇ BPO ਦੇ ਨਾਲ ਮੀਟਿੰਗ ਇਸ ਤਰ੍ਹਾਂ ਦਾ। ਮੈਂ ਮੰਤਰੀ ਸਾਹਿਬ ਦੇ ਨਾਲ ਸਾਰੀ ਗੱਲਬਾਤ ਕਰੀ ਹੈ ਕਿ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਬਹੁਤ ਜ਼ਿਆਦਾ ਜਿਹੜੀ ਉਹ ਖਰਾਬ ਹੋ ਰਹੀ ਹੈ। ਜਿੱਥੇ ਸਿੰਗਲ ਟੀਚਰ ਹੈ ਉਹਨਾਂ ਦੀ ਵਾਧੂ ਡਿਊਟੀ ਜਿਹੜੀ ਹੈ ਉਹ ਨਾਲ ਲਗਾਈ ਜਾਵੇ। ਤਾਂ ਇਸ ਦੇ ਪ੍ਰਤੀ ਮੰਤਰੀ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀਗਾ ਵੀ ਇਹ ਜਿਹੜੀ ਹੈ ਇਹਦਾ ਸ਼ਡਿਊਲ ਮੈਂ ਬਣਾ ਦਿੱਤਾ ਗਿਆ ਔਰ ਜਿਹੜੀਆਂ ਵਾਧੂ ਡਿਊਟੀਆਂ ਲਗਾਈਆਂ ਹੋਈਆਂ ਨੇ ਸਾਰਿਆਂ ਦੀਆਂ ਜਿਹੜੀਆਂ ਉਹ ਕੱਟ ਦਿੱਤੀਆਂ ਜਾਣਗੀਆਂ। ਸੋ ਇਸ ਪ੍ਰਤੀ ਸਾਥੀਓ ਜਿਹੜੇ ਆਪਣੇ ਸਾਥੀ ਜੁਆਇਨ ਕਰ ਚੁੱਕੇ ਨੇ ਸਿਲੈਕਟ ਜਿਹੜੇ ਉਹਨਾਂ ਦੀਆਂ ਇਹ ਮੰਗਾਂ ਸੀ, ਅਸੀਂ ਉਹ ਮੰਗਾਂ ਸਾਰੀਆਂ ਜਿਹੜੀਆਂ ਮੰਤਰੀ ਸਾਹਿਬ ਦੇ ਅੱਗੇ ਰੱਖੀਆਂ ਨੇ, ਜਿੰਦੇ ਵਿੱਚੋਂ ਸਾਥੀਓ 3
4 ਮੰਗਾਂ ਜਿਹੜੀ ਹੈਗੀਆਂ ਨੇ ਮੰਤਰੀ ਸਾਹਿਬ ਨੇ ਜਿਹੜੀਆਂ ਉਹ ਮੰਨੀਆਂ ਨੇ ਵੀ ਉਹ ਅਸੀਂ ਬਹੁਤ ਜਲਦੀ ਜਿਹੜੀ ਉਹ ਕਰਕੇ ਜਿਹੜੀ ਹੈਗੇ ਨੇ ਲੈਟਰਾਂ ਜਿਹੜੀਆਂ ਉਹ ਇਸ਼ੂ ਕਰਵਾ ਦੇਵਾਂਗੇ। ਤਾਂ ਜਿਹੜੇ ਹੈਂਡੀਕੈਪ ਜਿਹੜੇ ਸਾਥੀ ਹੈਗੇ ਆ ਜਿਹਨਾਂ ਨੇ ਦੂਰ ਸਟੇਸ਼ਨ ਮਿਲੇ ਹੋਏ ਨੇ ਉਹਨਾਂ ਦੀ ਵੀ ਗੱਲ ਜਿਹੜੀ ਉਹ ਕੀਤੀ ਗਈ। ਤਾਂ ਇਹ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਹੈ ਜਿਹੜੇ ਉੱਥੇ ਅਧਿਕਾਰੀ ਬੈਠੇ ਹੋਏ ਸੀਗੇ, ਪੈਨਲ ਮੀਟਿੰਗ ਸੀਗੀ, ਮੀਟਿੰਗ ਦੇ ਵਿੱਚ ਆਪਣਾ ਸਾਰਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਰਿਲੇਟਡ ਜਿਹੜੇ ਸਾਥੀ ਆਪਣੇ ਅਧਿਕਾਰੀ ਬੈਠੇ ਹੋਏ ਸੀਗੇ ਉਹਨਾਂ ਨੂੰ ਨਾਲ ਦੀ ਨਾਲ ਹੀ ਉਹਨਾਂ ਨੇ ਗੱਲਬਾਤ ਕਰੀ ਵੀ ਹੈਂਡੀਕੈਪ ਜਿਹੜੇ ਹੈਗੇ ਆ ਸਾਥੀ ਉਹਨਾਂ ਨੂੰ ਜਿਹੜੀ ਕੀ ਹੈ ਉਹਨਾਂ ਦੇ ਸਕੂਲ ਲਾਗੇ ਜਿਹੜੇ ਉਹਨਾਂ ਦੇ ਜ਼ਿਲ੍ਹੇ ਦੇ ਜਿਹੜੇ ਉਹਨਾਂ ਦੇ ਪਿੰਡ ਦੇ ਲਾਗੇ ਸਕੂਲ ਹੈਗੇ ਆ ਉਹਨਾਂ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਭੇਜ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਜਿਹੜੀ ਹੈ ਸੁਵਿਧਾ ਜਿਹੜੀ ਹੈ ਉਹਨਾਂ ਨੂੰ ਮਿਲ ਸਕੇ। ਤਾਂ ਜੋ ਜਿਹੜੇ 200-300 ਦੇ ਕਿਲੋਮੀਟਰ ਦੇ ਦੂਰ ਬੈਠੇ ਕਿਉਂਕਿ ਉਹਨੂੰ ਆਉਣਾ ਜਾਣਾ ਜਿਹੜਾ ਬਹੁਤ ਔਖਾ ਹੁੰਦਾ ਹੈ। ਸੋ ਇਹ ਵੀ ਸਾਥੀਓ ਜਿਹੜੀ ਹੈ ਆਪਣੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ। ਸੋ ਕਾਫੀ ਜ਼ਿਆਦਾ ਮੰਨ ਲਈਏ 100 ਦੇ ਵਿੱਚੋਂ ਸਾਥੀਓ 60-70% ਜਿਹੜੀ ਹੈ ਉਹ ਆਪਣੀ ਪੋਜ਼ਿਟਿਵ ਮੀਟਿੰਗ ਜਿਹੜੀ ਰਹੀ ਹੈ, ਜਿੰਦੇ ਵਿੱਚ ਆਪਾਂ ਇਹ ਅਨੁਮਾਨ ਲਾ ਸਕਦੇ ਹਾਂ ਵੀ 635 ਭਰਤੀ ਆਪਣੀ ਜਿਹੜੀ ਹੈ ਬਹੁਤ ਜਲਦੀ ਕੰਪਲੀਟ ਹੋਊਗੀ। ਤੇ ਉਮੀਦ ਕਰਦੇ ਹਾਂ ਜਿਸ ਹਿਸਾਬ ਨਾਲ ਅੱਜ ਮੰਤਰੀ ਸਾਹਿਬ ਦਾ ਰਿਪਲਾਈ ਸੀਗਾ 5994 ਭਰਤੀ ਬਹੁਤ ਜਲਦੀ ਆਊਗੀ। ਏਜ ਰਿਲੈਕਸੇਸ਼ਨ ਦਾ ਉਹ ਸਾਥੀਆਂ ਨੂੰ ਜਿਹੜਾ ਮਿਲਿਆ, ਜਿਹੜਾ ਅੱਜ ਜਿਹੜੇ ਸਾਥੀ ਆਪਣੇ ਓਵਰੇਜ ਹੋ ਚੁੱਕੇ ਨੇ ਉਹਨਾਂ ਨੂੰ ਏਜ ਰਿਲੈਕਸੇਸ਼ਨ ਦੀ ਜਿਹੜੀ ਹੈ ਉਹ ਮਿਲੀ ਹੈ ਮੰਤਰੀ ਸਾਹਿਬ ਦੇ ਵੱਲੋਂ, ਉਹਨਾਂ ਨੂੰ ਕਿਹਾ ਦਿੱਤਾ ਗਿਆ। ਤੇ ਜਿਹੜੀਆਂ ਆਪਣੀਆਂ ਹੈਗੀਆਂ ਸੀਗੀਆਂ 2364 ਦਾ ਐਫੀਡੇਵਿਟ ਦੇਣ ਦਾ ਤੇ ਬਾਕੀ ਸਾਥੀ ਉਧਰ ਸਟੇਟ ਵਾਲਾ ਵੀ ਇਹ ਸਾਰਾ ਆਪਾਂ ਨੂੰ ਵੈਸੇ ਪੋਜ਼ਿਟਿਵ ਜਿਹੜਾ ਰਿਪਲਾਈ ਮਿਲਿਆ ਤੇ ਉਮੀਦ ਕਰਦੇ ਆ ਵੀ ਸਰਕਾਰ ਕੋਲੋਂ ਜਿਹੜਾ ਵੀ ਇਹ ਆਪਣਾ ਜਿਹੜਾ ਬਹੁਤ ਜਲਦੀ ਹੱਲ ਕਰਨਗੇ। ਪਰ ਸਾਥੀਓ ਇੱਕ ਗੱਲ ਦਾ ਧਿਆਨ ਰੱਖਿਓ, ਭਰਤੀਆਂ ਜਿਹੜੀਆਂ ਹੈਗੀਆਂ ਨੇ ਚਾਹੇ ਕੋਈ ਵੀ ਸਰਕਾਰ ਹੋਵੇ ਪਰ ਜ਼ਿਆਦਾ ਢਿੱਲੇ ਪਿਆ ਵੀ ਤਾਂ ਇਹ ਕੁਝ ਨਹੀਂ ਬਣਦਾ। ਬਹੁਤ ਜਲਦੀ ਸਾਥੀਓ ਆਪਾਂ ਜਿਹੜੀਆਂ ਇਹ ਮੀਟਿੰਗਾਂ ਰੱਖਾਂਗੇ। ਜੇਕਰ ਆਪਣਾ ਪੋਰਟਲ ਓਪਨ ਨਹੀਂ ਹੁੰਦਾ ਤਾਂ ਮੀਟਿੰਗ ਰੱਖ ਕੇ ਤਾਂ ਬਹੁਤ ਜਲਦ ਜਿਹੜਾ ਹੈ ਇੱਕ ਵੱਡੇ ਪੱਧਰ ਤੇ ਜਿਹੜਾ ਉਹ ਆਪਾਂ ਪ੍ਰੋਟੈਸਟ ਕਰਾਂਗੇ। ਕਿਉਂਕਿ ਤੁਹਾਨੂੰ ਇਹ ਗੱਲ ਦੱਸਦੀ ਹੈ ਕਿ ਸਰਕਾਰ ਚਾਹੇ ਧਾਰਾ 144 ਲਗਾ ਲਵੇ ਚਾਹੇ ਕੁਝ ਵੀ ਹੈ, ਜਿੰਨੀ ਦੇਰ ਤੱਕ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦੇ ਕਰੇ ਹੈ ਰੁਜ਼ਗਾਰ ਦੇਣ ਦੇ ਉਹ ਪੂਰੇ ਨਹੀਂ ਕਰਦੀ ਉਨੀ ਦੇਰ ਤੱਕ ਤਾਂ ਅਸੀਂ ਪਿੱਛੇ ਹਟਣ ਵਾਲੇ ਨਹੀਂਗੇ। ਕਿਉਂਕਿ ਸਾਥੀਓ ਮੈਂ ਤੁਹਾਨੂੰ ਇਹ ਗੱਲ ਕਰਦੇ ਹਾਂ ਕਿ ਜਿੰਨੀ ਦੇਰ ਤੱਕ ਇਕੱਠੇ ਨਹੀਂ ਹੁੰਦੇ ਉਨੀ ਦੇਰ ਤੱਕ ਸਰਕਾਰਾਂ ਨੇ ਨਹੀਂ ਮੰਨਣਾ। ਆਪਾਂ ਨੂੰ ਲਾਰੇ ਤਾਂ ਸਰਕਾਰ ਨੇ ਲਾ ਦਿੱਤੇ ਆ, ਕਹਿ ਦਿੱਤਾ ਹੈ ਵੀ ਅਸੀਂ ਬਹੁਤ ਜਲਦੀ ਜਿਹੜੀ ਉਹ ਤੁਹਾਡੀਆਂ ਭਰਤੀਆਂ ਜਿਹੜੀਆਂ ਕੰਪਲੀਟ ਕਰ ਰਹੇ ਹਾਂ ਜਾਂ ਪੋਰਟਲ ਓਪਨ ਕਰ ਰਹੇ ਹਾਂ, ਐਫੀਡੇਵਿਟ ਦੇ ਰਹੇ ਹਾਂ, ਪਰ ਜਦੋਂ ਹੋਊਗਾ ਤਾਂ ਹੀ ਹੈ ਨਾ। ਸੋ ਉਸ ਤੋਂ ਪਹਿਲਾਂ ਸਾਥੀਓ ਆਪਾਂ ਨੂੰ ਹਰ ਵਕਤ ਜਿਹੜਾ ਹੈ ਉਹ ਰੈਡੀ ਰਹਿਣਾ ਚਾਹੀਦਾ ਹੈ। ਬਹੁਤ ਜਲਦੀ ਆਪਾਂ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਪਾਵਾਂਗੇ ਤਾਂ ਉਹ ਰਣਨੀਤੀ ਜਿਹੜੀ ਉਹ ਬਣਾਈ ਜਾਊਗੀ। ਤਾਂ ਸਰਕਾਰ ਨੂੰ ਜਿਹੜੀ ਹੈ ਇਹ ਚੇਤਾਵਨੀ ਹੈ ਕਿ ਸਾਡੀ ਜਲਦੀ ਤੋਂ ਜਲਦੀ ਜਿਹੜੀ ਹੈ ਉਹ ਭਰਤੀਆਂ ਨੂੰ ਕੰਪਲੀਟ ਕੀਤਾ ਜਾਵੇ। ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਹੈਗੀਆਂ ਨੇ ਇਹਨਾਂ ਨੂੰ ਸਾਰੀਆਂ ਨੂੰ ਜਿਹੜੀਆਂ ਪੂਰਨ ਸਿਰੇ ਤੱਕ ਚੜਾਇਆ ਜਾਵੇ। ਚਾਹੇ ਉਹ 5994 ਦਾ ਪੋਰਟਲ ਓਪਨ ਕਰਾਉਣਾ ਹੈ, ਚਾਹੇ ਉਹ 364 ਦਾ ਹੈ, ਚਾਹੇ ਉਹ ਓਵਰੇਜ ਦਾ ਹੈ। ਜਿੰਨੇ ਵੀ ਸਾਡੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਸਾਡੀਆਂ ਪ੍ਰੋਬਲਮ ਉਹਨਾਂ ਨੂੰ ਸੋਲਵ ਕੀਤਾ ਜਾਵੇ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਜੈ ਜਨਤਾ ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਤਾਂ ਕੋਈ ਸਾਥੀਆਂ ਦੇ ਜਿਹੜੇ ਉਹ ਸਵਾਲ ਵੀ ਹੋਣਗੇ। ਇਸ ਤੋਂ ਬਾਅਦ ਸਾਥੀਓ ਮਨੀਸ਼ ਸੰਗਰੂਰ ਜ਼ਿਲ੍ਹਾ ਪ੍ਰਧਾਨ ਉਹ ਤੁਹਾਡੇ ਨਾਲ ਜਿਹੜੇ ਆਪਦੇ ਵਿਚਾਰ ਜਿਹੜੇ ਉਹ ਸਾਂਝੇ ਕਰਨਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾਗਾ ਕਿ ਤੁਸੀਂ ਸਾਰੇ ਜਣੇ ਜਿਹੜਾ ਗਾ ਠੀਕ ਠਾਕ ਹੋਵੋਗੇ। ਲਾਈਵ ਚੈਟ ਦੇ ਵਿੱਚ ਲਗਭਗ ਮੈਂ ਸਭ ਦੇ ਜਿਹੜਾ ਕੁਐਸਚਨ ਆ ਉਹ ਦੇਖ ਰਿਹਾ ਸੀਗਾ। ਆਲਮੋਸਟ ਜ਼ਿਆਦਾਤਰ ਸਾਥੀਆਂ ਦਾ ਕੁਐਸਚਨ ਸੀਗਾ 994 ਦੀ ਨਾਲ ਸੰਬੰਧਿਤ। ਪ੍ਰਧਾਨ ਜੀ ਨੇ ਲਗਭਗ ਚੰਗੀ ਤਰ੍ਹਾਂ ਦੱਸਤਾ ਸੀਗਾ ਵੀ 994 ਦੇ ਬਾਰੇ ਕੀ ਗੱਲ ਹੋਈ ਹੈ ਨਾ। ਤੇ ਮੈਂ ਵੀ ਤੁਹਾਨੂੰ ਥੋੜਾ ਜਿਹਾ ਕੁਝ ਦੱਸ ਦਿੰਦਾ ਹੋਰ ਇਸ ਤੋਂ ਇਲਾਵਾ ਜੋ ਆਪਣੀ 994 ਭਰਤੀ ਹੈ ਉਸ ਦੇ ਜਿਹੜੇ ਨਵੇਂ ਰੂਲ ਨੇ ਉਹ ਕੈਬਨਿਟ ਦੇ ਵਿੱਚੋਂ ਪਾਸ ਹੋ ਚੁੱਕੇ ਹੈਗੇ। ਹੁਣ ਜਿਹੜਾ ਨੈਕਸਟ ਪ੍ਰੋਸੈਸ ਦੇ ਵਿੱਚ ਨੇ, ਜਦੋਂ ਵੀ ਜਿਹੜਾ ਉਹ ਅੱਗੇ ਭਰਤੀ ਬੋਰਡ ਦੇ ਵਿੱਚ ਜਾਣਗੇ ਤਾਂ ਉਹਨਾਂ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਹੋ ਜਾਣੀ ਆ। ਤੇ ਸਾਥੀ ਕਹਿ ਰਹੇ ਸੀਗੇ ਵੀ ਤੁਸੀਂ ਸਮਾਂ ਬਾਉਂਡ ਕਰੋ। ਆਪਾਂ ਸਮਾਂ ਅਸੀਂ ਨਹੀਂ ਬਾਉਂਡ ਕਰ ਸਕਦੇ ਕਿਉਂਕਿ ਡਿਪਾਰਟਮੈਂਟ ਦਾ ਤੁਹਾਨੂੰ ਵੀ ਪਤਾ ਹੈਗਾ ਤੇ ਸਾਨੂੰ ਵੀ ਪਤਾ ਹੈ ਨਾ। ਜੇ ਅਸੀਂ ਡਿਪਾਰਟਮੈਂਟ ਦੇ ਅਕੋਰਡਿੰਗ ਸਮਾਂ ਬਾਉਂਡ ਕਰ ਦਾਂਗੇ ਤਾਂ ਆਪਾਂ ਨੂੰ ਜਿਹੜਾ ਹੈਗਾ ਬਾਅਦ ਦੇ ਵਿੱਚ ਦਿੱਕਤ ਆਊਗੀ। ਸੋ ਆਪਾਂ ਕੁਝ ਕੁ ਦਿਨ ਦੇਖਾਂਗੇ ਵੀ 994 ਦੇ ਪ੍ਰਤੀ ਡਿਪਾਰਟਮੈਂਟ ਜਿਹੜਾ ਗਾ ਰੂਲ ਪਾਸ ਹੋ ਗਏ, ਅੱਗੇ ਪਰਸੋਨਲ ਦੇ ਵਿੱਚੋਂ ਕਲੀਅਰ ਹੋ ਰਹੇ ਆ ਵੀ ਅੱਗੇ ਕੀ ਕਰ ਰਹੀ ਆ। ਜੇ ਨਹੀਂ ਕੁਝ ਕਰ ਰਹੀ ਤਾਂ ਤਿਆਰ ਰਹੋ ਵੀ ਪ੍ਰੋਟੈਸਟ ਕਰਾਂਗੇ, ਪਹਿਲਾਂ ਵੀ ਕਰਦੇ ਰਹੇ ਆ ਹਨਾ। ਸੋ ਆਪਾਂ YouTube ਦੇ ਉੱਤੇ ਤਾਂ ਕਾਫੀ ਜਣੇ ਲਾਈਵ ਹੋ ਜਾਂਦੇ ਆ, ਲਾਈਵ ਚੈਟ ਦੇ ਵਿੱਚ 994 ਪਾਪਾ ਕੇ ਕੁਐਸਚਨ ਕਰਦੇ ਰਹਿੰਦੇ ਆ। ਸੋ ਕਰਨੇ ਚਾਹੀਦੇ ਆ, ਵਧੀਆ ਗੱਲ ਆ ਕਿਉਂਕਿ ਤੁਹਾਡਾ ਹੱਕ ਬਣਦਾ।
ਪਰ ਆਪਣਾ ਇੱਕ ਉੱਥੇ ਫਰਕ ਹੋਰ ਵੀ ਬਣਦਾ ਹੈਗਾ, ਜਦੋਂ ਆਪਾਂ ਪ੍ਰੋਟੈਸਟ ਰੱਖਦੇ ਆ ਤਾਂ ਉੱਥੇ ਆਪਣੇ ਜਿਹੜੇ ਸਾਥੀਆਂ ਦੀ ਸੰਖਿਆ ਹੈਗੀ ਬਹੁਤ ਘੱਟ ਰਹਿ ਜਾਂਦੀ ਆ, ਬਹੁਤ ਹੀ ਜੇ ਆਪਾਂ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਘੱਟ ਰਹਿ ਜਾਂਦੀ ਆ ਹਨਾ। ਤਾਂ ਡਿਪਾਰਟਮੈਂਟ ਦਾ ਕਹਿ ਰਿਹਾ ਵੀ ਜਿਹੜਾ ਗਾ ਕੈਬਨਿਟ ਦੇ ਵਿੱਚੋਂ ਰੂਲ ਕਲੀਅਰ ਹੋ ਚੁੱਕੇ ਆ, ਪਰ ਪਰਸੋਨਲ ਦੇ ਵਿੱਚ ਜਿਹੜਾ ਗਾ ਇਹਨਾਂ ਨੇ ਜੋ ਵੀ ਹੈਗਾ ਆਪਣਾ ਸਿਸਟਮ ਆਪਣੇ ਵਿਭਾਗਾਂ ਦੇ ਵਿੱਚ ਫਸੇ ਹੋਏ ਆ ਹਨਾ। ਜੇ ਆਪਾਂ ਨੂੰ ਪ੍ਰੋਟੈਸਟ ਦੀ ਲੋੜ ਪੈਂਦੀ ਹੈਗੀ ਕੁਝ ਕੁ ਦਿਨ ਆਪਾਂ ਦੇਖਾਂਗੇ ਤਾਂ ਤੁਸੀਂ ਤਿਆਰ ਰਹੋ ਹਨਾ, ਕਿਤੇ ਇਹ ਨਾ ਹੋਵੇ ਵੀ ਆਪਾਂ ਥੋੜੇ ਜਿਹੇ ਬੰਦੇ ਜਿਹੜਾ ਗਾ ਅਸੀਂ ਪ੍ਰੋਟੈਸਟ ਰੱਖੀਏ ਤੇ ਥੋੜੇ ਬੰਦੇ ਉੱਥੇ ਪਹੁੰਚੋ, ਫਿਰ ਇੱਥੇ ਨੁਕਸਾਨ ਕਿਹਦਾ ਗਾ? ਨੁਕਸਾਨ ਆਪਣਾ ਗਾ, ਸਰਕਾਰ ਦਾ ਨਹੀਂ ਗਾ, ਕਿਉਂਕਿ ਸਰਕਾਰ ਲਈ ਕੁਝ ਕੁ ਬੰਦੇ ਜਿਹੜਾ ਗਾ ਉਹ ਉਹਨਾਂ ਲਈ ਜਿਹੜਾ ਗਾ ਅਸਲ 'ਚ ਤਾਂ ਉਹਨਾਂ ਨੇ ਵੋਟਾਂ ਦੇਖਣੀਆਂ ਹੁੰਦੀਆਂ, ਸਿਰ ਗਿਣਨੇ ਹੁੰਦੇ ਆ ਵੀ ਕਿੰਨੇ ਕੁ ਨੇ। ਜਿੰਨੇ ਜ਼ਿਆਦਾ ਤੁਸੀਂ ਇਕੱਠ ਕਰ ਲਓਗੇ ਉਨੀ ਜਲਦੀ ਜਿਹੜਾ ਗਾ ਆਪਾਂ ਪੋਰਟਲ ਆ ਜਿਹੜਾ ਉਹ ਖਲਵਾ ਲਾਂਗੇ। ਸੋ ਸਭ ਨੂੰ ਰਿਕਵੈਸਟ ਆ ਗਈ ਵੀ ਥੋੜੇ ਕੁ ਦਿਨ ਵੇਟ ਕਰਾਂਗੇ, ਜਿਵੇਂ ਹੀ ਸਾਰੀ ਸਟੇਟ ਕਮੇਟੀ ਦੇ ਪ੍ਰਧਾਨ ਜੀ ਦੀ ਜਿਵੇਂ ਹੀ ਸਹਿਮਤੀ ਬਣੂਗੀ ਤਾਂ ਆਪਾਂ ਪ੍ਰੋਟੈਸਟ ਉਲੀਕਾਂਗੇ ਤੇ ਬੜੀ ਜਲਦੀ ਉਲੀਕਾਂਗੇ, ਜੇ ਆਪਣਾ ਸਰਕਾਰ ਆ ਜਿਹੜਾ 994 ਵਾਲਾ ਮਸਲਾ ਹੱਲ ਨਹੀਂ ਕਰਦੀ। ਸੋ ਸਭ ਨੂੰ ਵੀ ਤੁਸੀਂ ਹੁਣ ਕੀ ਕਰ ਸਕਦੇ ਹੋ, ਆਪਣੇ ਨਾਲਦਿਆਂ ਨੂੰ ਪ੍ਰੋਟੈਸਟ ਤੇ ਜਾਣ ਲਈ ਤਿਆਰ ਕਰੋ, ਜੋ ਸਭ ਤੋਂ ਪਹਿਲਾ ਫਰਜ਼ ਆ। ਉਸ ਤੋਂ ਬਾਅਦ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾਂ, 994 ਲਈ ਆਪਣੀ ਪਿੱਛੇ 835 ਭਰਤੀ ਆਈ ਸੀ, ਉਸ ਤੋਂ ਪਹਿਲਾਂ 364 ਆਈ ਸੀ। ਕਈ ਸਾਥੀਆਂ ਦੇ ਮਨ ਦੇ ਵਿੱਚ ਖਿਆਲ ਹੋਣਾ ਵੀ 835 ਇੱਕ ਸਾਲ ਦੇ ਵਿੱਚ ਜਾ ਕੇ ਪੂਰੀ ਹੋਈ ਸੀ, 7-8 ਮਹੀਨੇ ਸਟੇ ਚੱਲਦਾ ਰਿਹਾ। 364 ਆ ਜਿਹੜੀ 2 ਸਾਲ ਕੋਰਟ 'ਚ ਲਟਕੀ ਰਹੀ ਤੇ ਉਸ ਤੋਂ ਬਾਅਦ ਜਿਹੜਾ ਜੱਜ ਨੇ ਰੱਦ ਕਰਤੀ ਹੈ ਨਾ। ਸੋ ਇਸ ਚੀਜ਼ ਤੋਂ ਆਪਾਂ ਨੂੰ ਇੱਕ ਥੋੜੀ ਜਿਹੀ ਗੱਲ ਦੇਖਣੀ ਚਾਹੀਦੀ ਆ ਵੀ ਪਹਿਲਾਂ ਜਿਹੜੇ ਆਪਣੇ ਮੇਨ ਇਸ਼ੂ ਸੀ ਉਹ ETT ਵਰਸਸ BEd ਸੀ, ਤੁਹਾਨੂੰ ਸਭ ਨੂੰ ਪਤਾ ਗਾ ਹਨਾ। ਕਈ ਸਾਥੀ ਕਹਿੰਦੇ ਆ ਵੀ ਯੂਨੀਅਨ ਨੇ ਕੀ ਕੀਤਾ ਸਾਡੇ ਲਈ, ਇਹ ਉਹ ਬੜਾ ਕੁਝ ਕਹਿੰਦੇ ਆ। ਸੋ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਭਾਈ ਸਭ ਤੋਂ ਵੱਡੀ ਗੱਲ ਹਨਾ, ਸਭ ਤੋਂ ਪਹਿਲਾਂ ਆਪਣੇ ਪੰਜਾਬ ਦੇ ਰੂਲ ਬਣਾ ਰਹੀ ਸੀ, BEd ਆਊਟ ਕਰਵਾਤੀ ਸੀ ਹਨਾ। ਉਸ ਤੋਂ ਬਾਅਦ ਜਾ ਕੇ ਰਾਜਸਥਾਨ 'ਚ ਫੈਸਲਾ ਹੋਇਆ, ਫਿਰ ਕਿਤੇ ਜਾ ਕੇ ਰਾਜਸਥਾਨ ਜਿਹੜਾ ਆਪਾਂ ਉਹਨਾਂ ਦਾ ਸਾਥ ਦੇ ਕੇ ਸੁਪਰੀਮ ਕੋਰਟ 'ਚ ਜਿੱਤੇ ਹਨਾ। ਜਿੱਤੇ ਨਹੀਂ ਮਤਲਬ ਔਨ ਦਾ ਵੇ ਚੱਲ ਰਿਹਾ, BEd ਨੂੰ ਕੋਈ ਵੀ ਰਾਹਤ ਨਹੀਂ ਮਿਲੀ ਹਨਾ, ਜਿਹਦੇ ਕਰਕੇ ਤੁਸੀਂ ਖੁਦ ਦੇਖ ਲਓ ਵੀ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਵੀ ਕਈ ਸਟੇਟਾਂ ਦੇ ਵਿੱਚ ਅੱਜ ਵੀ BEd ਲੱਗ ਰਹੀ ਆ ਹਨਾ। ਪਰ ਅੱਜ ਤੁਹਾਡੀ ਯੂਨੀਅਨ ਦੀ ਬਦੌਲਤ ਪੰਜਾਬ ਦੇ ਵਿੱਚ, ਰਾਜਸਥਾਨ ਦੇ ਵਿੱਚ BEd ਆਊਟ ਆ ਤੇ ਓਨਲੀ ETT ਨਾਲ। ਜੇ ਤੁਸੀਂ ਹਿਮਾਚਲ ਦੀ ਗੱਲ ਕਰੋ, ਦਿੱਲੀ ਦੀ ਗੱਲ ਕਰੋ ਹਨਾ, ਕਈ ਸਟੇਟਾਂ ਬਿਹਾਰ ਦੀ ਗੱਲ ਕਰੋ, ਉੱਥੇ BEd ਇਨ ਆ। ਆਪਦੀ ਮੜਾ ਜਿਹਾ ਸੋਚ ਤੇ ਹੱਥ ਮਾਰੋ, ਮੜਾ ਜਿਹਾ ਆਪਣਾ ਅਕਲ ਤੇ ਥੋੜਾ ਜਿਹਾ ਹੱਥ ਮਾਰੋ। ਜਿਹੜੇ ਕਹਿੰਦੇ ਯੂਨੀਅਨ ਨੇ ਸਾਡੇ ਲਈ ਕੀਤਾ, ਯੂਨੀਅਨ ਨੇ ਤੁਹਾਡੇ ਲਈ BEd ਆਊਟ ਕਰਵਾਤੀ, ਸਭ ਤੋਂ ਵੱਡੀ ਗੱਲ। ਅਗਲੀ ਗੱਲ ਜੋ ਆਪਣਾ ਪਹਿਲਾਂ ਭਰਤੀਆਂ 'ਚ ਮਸਲੇ ਰਹੇ ਆ, ਮੇਨ ETT BEd ਦੇ ਰਹੇ ਸੀ, ਜਿਹਦੇ ਕਰਕੇ ਆਪਣੀ ਭਰਤੀ ਕੀ ਹੁੰਦਾ ਸੀ, ਕੋਰਟ ਦੇ ਵਿੱਚ ਜਾ ਕੇ ਰੁਕਦੀ ਸੀ ਹਨਾ, ਉੱਥੇ ਜਾ ਕੇ ਸਟੇ ਹੋ ਜਾਂਦੀ ਸੀ। ਪਰ ਜੇ ਆਪਾਂ ਅੱਜ ਦੀ ਗੱਲ ਕਰੀਏ, ਆਪਣੀ ਹਰਵਿੰਦਰ ਸਿੰਘ ਵਾਲੇ ਕੇਸ ਦੇ ਵਿੱਚ ਜੱਜਮੈਂਟ ਹੋਈ ਆ ਵੀ ਜਿਹੜੀ ਉਹ ਕਹਿੰਦੇ ਆ ਵੀ ਅਕੋਰਡਿੰਗ ਟੂ SLP ਜਿਹੜੀ ਆਪਣੀ 635 ਪੂਰੀ ਹੋ ਰਹੀ ਆ, ਉਸੇ ਤਰ੍ਹਾਂ ਹੀ ਆਪਣੇ 994 ਦੇ ਰੂਲ ਹੋਣੇ ਹਨਾ। ਤਾਂ ਤੁਹਾਡੇ ਲਈ ਸਭ ਤੋਂ ਵੱਡਾ ਕੰਮ ਕੀ ਆ, BEd ਆਊਟ ਹੋ ਗਈ, ETT ਆਉਣ ਲਈ ਪੜੋ ਤੇ ਆਪਦਾ ਨੰਬਰ ਲਓ, ਕਲੀਅਰ। ਤੇ ਦੂਸਰੀ ਗੱਲ, ਪਹਿਲਾਂ ਭਰਤੀਆਂ ਦੇ ਉੱਤੇ ਸਮਾਂ ਲੱਗ ਜਾਂਦਾ ਸੀ ਕਿਉਂਕਿ ਕੋਰਟ 'ਚ ਸਟੇ ਹੋ ਜਾਂਦੀਆਂ ਸੀ। ਪਰ ਜੇ ਤੁਸੀਂ 994 ਦੀ ਗੱਲ ਕਰੋ, 994 ਤਾਂ BEd ਆਊਟ ਹੀ ਆ, ETT ਓਨਲੀ ਇਨ ਆ ਗਈ। ਤੇ ਜੇ ਆਪਾਂ ਇੱਥੇ ਦੇਖੀਏ ਵੀ ਆਪਣਾ 994 ਦਿਨਾਂ 'ਚ ਪੂਰੀ ਹੋਣੀ ਆ, ਪਹਿਲਾਂ ਵਾਂਗੂ ਨਹੀਂ ਵੀ 8-9 ਮਹੀਨੇ ਲੱਗਣੇ ਆ। ਸੋ ਇਸ ਲਈ ਆਪਾਂ ਨੂੰ ਦੋ ਕੰਮ ਕਰਨੇ ਜ਼ਰੂਰੀ ਆ, ਬੜੇ ਜ਼ਰੂਰੀ ਆ, ਕਿਉਂਕਿ ਸੰਘਰਸ਼ ਆ ਉਹ ਪਹਿਲਾ ਕੰਮ ਆ ਵੀ ਆਪਾਂ ਜ਼ਮੀਨੀ ਪੱਧਰ ਤੇ ਜਾ ਕੇ ਯੂਨੀਅਨ ਦੇ ਨਾਲ ਖੜ ਕੇ ਜਾ ਕੇ ਸੰਘਰਸ਼ ਕਰੀਏ। ਪਰ ਦੂਸਰਾ ਉੱਥੇ ਇਹ ਵੀ ਹੈਗਾ ਵੀ ਸੰਘਰਸ਼ ਤੋਂ ਬਾਅਦ ਵੀ ਆਪਾਂ ਨੂੰ ਕੰਪੀਟੀਸ਼ਨ ਐਗਜ਼ਾਮ ਵਾਲਾ ਉਹ ਵੀ ਬੀਟ ਕਰਨਾ ਹਨਾ। ਤਾਂ ਆਪਾਂ ਨਾਲ ਸੰਘਰਸ਼ ਦੀ ਤਿਆਰੀ ਤਾਂ ਕਰੀਏ ਹੀ, ਆਪਣੇ ਨਾਲ ਦੇ ਸਾਥੀਆਂ ਨੂੰ ਤਾਂ ਦੱਸੀਏ, ਪਰ ਤਿਆਰੀ ਵੀ ਨਾਲ ਦੀ ਨਾਲ ਕਰਦੇ ਰਹੀਏ, ਨਾ ਕਿ ਆਪਾਂ ਇਹਨਾਂ ਨੂੰ ਕੋਸਦੇ ਰਹੀਏ ਵੀ ਇਹਨਾਂ ਨੇ ਇਹ ਕਰਤਾ ਉਹ ਕਰਤਾ, ਕਿਉਂਕਿ ਉਹ ਚੀਜ਼ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ। ਸੋ ਇੱਥੇ ਆਪਾਂ ਨੂੰ ਤਿਆਰੀ ਕਰਨ ਦੀ ਵੀ ਲੋੜ ਹੈਗੀ ਤੇ ਨਾਲ ਦੀ ਨਾਲ ਆਪਾਂ ਨੂੰ ਸੰਘਰਸ਼ ਦੇ ਲਈ ਤਿਆਰ ਰਹਿਣ ਦੀ ਵੀ ਲੋੜ ਆ। ਸੋ ਅਗਲੀ ਗੱਲ 835 ਵਾਲੇ ਦਾ ਕੁਐਸਚਨ ਸੀਗਾ ਵੀ ਕਹਿੰਦੇ ਜੀ ਵੇਟਿੰਗ ਵਾਲਾ ਦੀ ਜ਼ਿਆਦਾ ਗੱਲ ਚੱਲਦੀ ਸੀ ਹਨਾ। ਪਹਿਲੀ ਲਿਸਟ ਲਗਭਗ ਆਲਮੋਸਟ ਕਵਰ ਹੋ ਚੁੱਕੀ ਆ ਹਨਾ। ਪਹਿਲੀ ਲਿਸਟ ਦੇ ਵਿੱਚ ਜਿਹੜੇ ਬੰਦੇ EWS ਦੇ ਘਟਦੇ ਸੀ ਉਹ ਇਹਨਾਂ ਨੇ ਕਰ ਲਏ ਪੂਰੇ। ਹੁਣ ਨੈਕਸਟ ਜਿਹੜਾ ਹੈਗਾ ਸੈਕੰਡ ਲਿਸਟ ਦਾ ਕੰਮ ਆ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਤੇ ਲਗਭਗ ਇਸ ਦੇ ਵਿੱਚ ਜਿਹੜਾ ਹੈਗਾ ਆਪਣੀ ਜਿਹੜੀ ਆ ਉਹ ਬੰਦ ਹੋ ਗਈ, ਕੋਈ ਦਿੱਕਤ ਨਹੀਂ। ਲਗਭਗ ਇਸ ਮਹੀਨੇ ਦੇ ਵਿੱਚ ਜਿਹੜੀ ਹੈਗੀ ਆਪਣੀ ਸੈਕੰਡ ਲਿਸਟ ਆ ਉਹ ਕਵਰ ਅਪ ਹੋ ਜਾਣੀ ਆ। ਜਿਹੜੇ ਸਾਥੀ ਕਹਿ ਰਹੇ ਸੀਗੇ ਵੀ ਜਿਹੜੀ ਆ ਸਕਰੂਟਨੀ ਕੱਲੀ ਇਹਦੀ ਹੋ ਰਹੀ ਆ, ਇਹ ਹੋ ਰਹੀ ਆ, ਦੇਖੋ ਜੀ ਜਿਹੜੀ ਸਕਰੂਟਨੀ ਲਿਸਟ ਆਈ ਆ ਇਹ ਕੱਲੀ ਜਿਹੜੀ ਹੈਗੀ ਤੁਹਾਡੀ ਆਪਣੀ ਵੇਟਿੰਗ ਲਿਸਟ ਦੀ ਆਈ ਆ। ਡੀਜ਼ਰਵ ਵਾਲਾ ਪ੍ਰੋਸੈਸ ਆ ਜਿਹੜਾ ਉਹ ਆਨ ਦਾ ਵੇ ਆ, ਹਲੇ ਕੰਪਲੀਟ ਨਹੀਂ ਹੋਇਆ। ਜਦੋਂ ਹੀ ਜਿਹੜਾ ਗਾ ਸੰਬੰਧਿਤ ਮਹਿਕਮੇ ਚੋਂ ਜਿਹੜੀ ਆ ਆਪਣਾ ਕੰਪਲੀਟ ਹੋ ਜਾਂਦਾ, NOC ਮਿਲ ਜਾਂਦੀ ਆ, ਉਸ ਤੋਂ ਬਾਅਦ ਜਿਹੜੀ ਆ ਨੈਕਸਟ ਸਕਰੂਟਨੀ ਹੋਊਗੀ
ਤੇ ਉਹ ਜਿੰਨੀਆਂ ਪੋਸਟਾਂ ਨੇ ਤੁਸੀਂ ਸਾਰੇ ਦੇਖ ਸਕਦੇ ਹੋਗੇ, ਤੁਹਾਨੂੰ ਸਭ ਨੂੰ ਪਤਾ ਵੀ ਇੰਨੀ ਪੋਸਟ ਆਹ ਕੈਟਾਗਰੀ 'ਚ ਹੋਣੀ ਆ, ਇੰਨੀ ਆਹ ਕੈਟਾਗਰੀ ਦੇ ਵਿੱਚ ਹੋਣੀ ਆ, ਹਨਾ। ਉਹ ਦੇਖਣਗੇ ਵੀ ਕਿੰਨੀਆਂ ਸੀਟਾਂ ਉਹਨਾਂ ਕੋਲ ਅਵੇਲੇਬਲ ਨੇ, ਕਿਤੇ ਕਿੰਨੀ ਲੋੜ ਆ, ਉਹ ਜਿਹੜੀ ਆ ਅੱਗੇ ਜਿਹੜਾ ਗਾ ਨੈਕਸਟ ਪ੍ਰੋਸੈਸ ਆ ਉਹ ਹੋ ਜਾਊਗਾ। ਸੋ ਪ੍ਰੋਸੈਸ ਚੱਲ ਰਿਹਾ ਗਾ, ਹਨਾ। ਤੇ ਇੱਥੇ ਬਹੁਤੇ ਘੱਟ ਨੰਬਰ ਆ। ਦੇਖੋ ਜੀ, ਯੂਨੀਅਨ ਦਾ ਕੰਮ ਕੀ ਹੁੰਦਾ? ਭਰਤੀ ਕਢਵਾਉਣਾ, ਭਰਤੀ ਨੂੰ ਪੂਰੀ ਕਰਵਾਉਣਾ, ਤੇ ਜਿਹੜੀਆਂ ਬਾਕੀ ਪੋਸਟਾਂ ਬਚ ਜਾਂਦੀਆਂ ਨੇ ਉਹਨਾਂ ਨੂੰ ਡਿਸਚਾਰਜ ਕਰਵਾਉਣਾ, ਹਨਾ। ਉਹ ਸਾਰਾ ਯੂਨੀਅਨ ਤੁਹਾਡੇ ਲਈ ਕਰ ਰਹੀ ਆ। ਹੁਣ ਜਿਨ੍ਹਾਂ ਦੇ ਬਹੁਤੇ ਘੱਟ ਨੰਬਰ ਆ, ਵੀ ਦੇਖੋ ਆਪਾਂ ਨੂੰ 994 ਦੀ ਤਿਆਰੀ ਕਰੋ ਤੇ ਮਾਸਟਰ ਬਣੋ, ਹਨਾ। ਜੇ ਆਪਾਂ ਤਿਆਰੀ ਕਰਾਂਗੇ, ਕੰਪੀਟੀਸ਼ਨ ਬੀਟ ਕਰਾਂਗੇ, ਅੱਗੇ ਆਵਾਂਗੇ, ਫੇਰ ਹੀ ਸਭ ਕੁਝ ਹੋਣਾ। ਤੇ ਇੱਕ ਸਾਥੀਆਂ ਦੀ ਹੋਰ ਗੱਲ ਚੱਲਦੀ ਹੁੰਦੀ ਸੀ ਵੀ ਸਾਰੇ ਕੈਂਡੀਡੇਟ ਯੂਨੀਅਨ ਵੱਲੋਂ ਲਵਾਏ ਜਾਣਗੇ, ਤੇ ਬੜੇ ਕੁਐਸਚਨ ਵੀ ਕਰਦੇ ਆ। ਸਲਿੰਦਰ ਨੂੰ ਵੀ ਬੋਲਦੇ ਆ ਵੀ ਤੁਸੀਂ ਦੱਸੋ 15,015 ਜਿਹੜਾ ਕਿਵੇਂ ਲਵਾਓਗੇ। ਉਹ ਇਹ ਨਹੀਂ ਹੈਗਾ ਸੀ ਵੀ ਆਪਾਂ 435 ਦੇ ਵਿੱਚ ਹੀ 15,015 ਲਵਾ ਦਈਏ। 435 ਤੇ 435 ਲੱਗਣੇ ਆ। 994 ਭਰਤੀ ਤੁਹਾਡੇ ਲਈ ਆ ਰਹੀ ਹੈ ਜਿਨ੍ਹਾਂ ਦੇ ਬਹੁਤੇ ਘੱਟ ਨੰਬਰ ਰਹਿ ਗਏ। ਭਾਈ ਤੁਸੀਂ ਉਹਨੂੰ ਪੜ੍ਹੋ ਤੇ ਆਪਦਾ ਨੰਬਰ ਆ ਜਿਹੜਾ 994 ਚ ਲਓ। 2364 ਦਾ ਜਿਹੜਾ ਪ੍ਰੋਸੈਸ ਆ ਕੋਰਟ ਦੇ ਵਿੱਚ ਉਹ ਚੱਲ ਰਿਹਾ। ਹਾਂ, ਇੱਕ ਗੱਲ ਤੁਹਾਨੂੰ ਕਹਿ ਦਵਾਂ ਵੀ ਜਿੰਨਾ ਸਮਾਂ 835 ਨੂੰ ਪੂਰੀ ਹੋਣ ਨੂੰ ਲੱਗਿਆ, ਕਿੰਨਾ ਟਾਈਮ ਕੋਰਟ 'ਚ ਲਟਕੀ ਰਹੀ, ਕਿਹੜੇ ਮੈਟਰ ਤੇ, ਈਟੀਟੀ ਵਰਸਸ ਬੀਐਡ ਦੇ। 994 ਦੇ ਵਿੱਚ ਇਸ ਤਰ੍ਹਾਂ ਦੀ ਕੋਈ ਆਪਾਂ ਨੂੰ ਸਮੱਸਿਆ ਨਹੀਂ ਆਉਣ ਵਾਲੀ ਹੈਗੀ, ਲਗਭਗ ਕਲੀਅਰ ਹੀ ਹੈਗਾ। ਸੋ ਦਿਨਾਂ ਦੇ ਵਿੱਚ ਪੂਰੀ ਹੋ ਜਾਣੀ ਆ। ਆਪਾਂ ਤਿਆਰੀ ਰੱਖੀਏ ਦੋਨੇ ਪੱਖ ਤੋਂ, ਪਰ ਟੈਸਟ ਤੇ ਵੀ ਤੇ ਆਪਣੀ ਜਿਹੜੀ ਹੈ ਕਿ ਆਪਾਂ ਕੰਪੀਟੀਸ਼ਨ ਵੀ ਬੀਟ ਕਰਨਾ ਐਗਜ਼ਾਮ ਦੇ ਵਿੱਚ। ਸੋ ਹੋਰ ਵੀ ਕਈ ਤਰ੍ਹਾਂ ਦੇ ਜਿਹੜਾ ਗਾ ਬਾਇਓਮੈਟ੍ਰਿਕ ਵਗੈਰਾ ਆਪਾਂ 894 ਦੇ ਵਿੱਚ ਲੈ ਕੇ ਆਈਏ, ਤਾਂ ਕਿ ਜਿਹੜਾ ਗਾ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਗਾ ਇੱਕ ਪੜ੍ਹਨ ਲਿਖਣ ਵਾਲਾ ਜਿਹੜਾ ਬੱਚਾ ਗਾ ਸਿਰਫ ਉਹੀ ਅੱਗੇ ਆ। ਸੋ ਸਾਰੇ ਸਾਥੀਆਂ ਦਾ ਧੰਨਵਾਦ, ਤੁਸੀਂ ਲਾਈਵ ਤੇ ਜੁੜੇ ਰਹੇ ਤੇ ਸੋ ਲਿੰਕ ਨੂੰ ਸ਼ੇਅਰ ਕਰ ਦਿਓ ਵੀ, ਤੇ ਧੰਨਵਾਦ ਜੀ ਸਭ ਦਾ। ਬੰਦ ਹੋ ਨਹੀਂ स्विच ऑफ हो गया सर।